श्री नानक अंगद गुरु अमरदास पद बंद। रामदास अर्जन गुरु बार श्री हर गोबिंद। हरि राय हर कृष्ण गुर तेग बहादुर चंद। दसवें गोबिंद सिंह गुरु नमो चरण अरविंद। जिसमें है अमृत ज्ञान है माणक भगत वैराग। श्री गुरु ग्रंथ साहिब उदद बंदों करे अनुराग। श्री गुरु शब्द कमाए जिन जीते पंच विकार। तिन संतन को बंदना सिर चरण पर तार। एक ओंकारा सतगुरु ते प्रसाद वाहिगुरु जी की फतेह। विघ्न विनाशन सोए। एक ओंकारा सतगुरु ते प्रसाद सच होए। वाहिगुरु जी की फतेह। विघ्न विनाशन सोए। सतनाम श्री वाहिगुरु साहिब जी। केतक दिन बीते जब देश बदेश अशेष। आए संगत चाहो दिसन ले उपहार वशेष। केतक दिन बीते जब देश बदेश अशेष। वाहिगुरु जी का खालसा वाहिगुरु जी की फतेह। पतित पावन भगत वत्सल कृपा निधान। जुग जुग अटल प्रगट गुरां की देह प्रताख हार। धन धन सतगुरु श्री गुरु ग्रंथ साहिब महाराज जी की परम पवित्र सत संगत हजूरी दे अंदर। धन धन श्री गुरु तेग बहादुर साहिब महाराज जी दे महान पावन पवित्र तप अस्थान गुरुद्वारा श्री पोरा साहिब जी विखे सतगुरां दे पावन दरबारां विच हाजरियां भर रहे साहिबां दे अस्थानां दी यात्रा करके दर्शन दीदारे करके हाजरियां लवा रहे गुरु प्यारी खालसा साध संगत जी। सतगुरु साहिब जी ने अपार बख्शिश कृपालता की है जो अपने पावन अस्थानां दे सजे हुए दीवानां दे विच सानू हर जस करन दा सुभाग समय प्राप्त कराया है। चल रहे लड़ीवार इतिहास दे प्रसंग जिहदे अंदर धन धन श्री गुरु हरकृष्ण साहिब महाराज की कथा सरवण कर रहे सां। आपां पिछले समय दौरान साखी सुनी है। सतगुरु महाराज जी सचखंड नूं गए ने। सतगुरां दी पावन देह दा शरीर दा संस्कार कीता है। अंगीठे की संभाल की। सिख फुल चुन लगे तो कोई महाराज दे शरीर का अस्थनी विचों निकलिया। हैरान हो गए। सारा अंगीठा बपूती एकत्र करके जमुना नदी दे विच प्रवाह कर दिती। माता जी नूं मिलण वास्ते दिल्ली दीयां संगतां आ रहीआं ने। माता श्री कृष्ण कौर जी दे नाल बचन करते हैं। पुछते ने माता जी सतगुरां बारे दसो।
ਮਾਤਾ ਜੀ ਨੇ ਸਾਰਾ ਪ੍ਰਸੰਗ ਸੁਣਾਇਆ ਵੀ ਜਿਵੇਂ ਮੈਂ ਸ੍ਰੀ ਗੁਰੂ ਹਰਿਰਾਏ ਸਾਹਿਬ ਦੀ ਸੇਵਾ ਕਰਕੇ ਸਤਿਗੁਰਾਂ ਦੇ ਕੋਲੋਂ ਵਰ ਪ੍ਰਾਪਤ ਕੀਤਾ ਤੇ ਮਹਾਰਾਜ ਜੀ ਦੇ ਵਰ ਦਾ ਸਦਕਾ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਆਗਮਨ ਹੋਇਆ। ਤੇ ਮਾਂ ਦੱਸਦੀ ਹੈ ਮੈਂ ਬੜੇ ਪਿਆਰ ਦੇ ਨਾਲ ਚਾਵਾਂ ਦੇ ਨਾਲ ਪਾਲਦੀ ਰਹੀ। ਜਿਉਂ-ਜਿਉਂ ਉਹਨਾਂ ਦਾ ਸਰੀਰ ਵਧਿਆ ਤਿਵੇਂ ਤਿਵੇਂ ਸੁੰਦਰਤਾ ਵੱਧਦੀ ਜਾ ਰਹੀ ਸੀ। ਜਦੋਂ ਫਿਰ ਵੱਡੇ ਹੋਏ ਰਾਮ ਰਾਏ ਬੇਮੁਖ ਹੋ ਗਿਆ ਆਪਣੇ ਪਿਤਾ ਸਤਿਗੁਰਾਂ ਤੋਂ। ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਛੋਟੀ ਅਵਸਥਾ ਦੇ ਵਿੱਚ ਹੀ ਬਹੁਤ ਸ਼ੁਭ ਗੁਣਾਂ ਦੇ ਮਾਲਕ ਸਨ। ਬਹੁਤ ਨੇਕ ਸੁਭਾਅ ਜਾਣ ਕੇ ਗੁਰੂ ਹਰਿਰਾਏ ਸਾਹਿਬ ਨੇ ਆਪਣੀ ਥਾਂ 'ਤੇ ਗੁਰਗੱਦੀ 'ਤੇ ਵਿਰਾਜਮਾਨ ਕਰ ਦਿੱਤਾ। ਫਿਰ 2 ਹੀ ਸਾਲ ਹੋਏ ਸਨ ਗੁਰਿਆਈ 'ਤੇ ਬੈਠਿਆਂ ਨੂੰ। ਇੱਥੇ ਰਾਮ ਰਾਏ ਨੇ ਈਰਖਾ ਕਰਕੇ ਸੱਦ ਲਏ। ਇੱਥੇ ਪਹਿਲਾਂ ਸੱਦ ਲਿਆ, ਫਿਰ ਪ੍ਰਭਤਾ ਵੇਖ ਕੇ ਸੰਗਤ ਵੱਲੋਂ ਮਹਾਰਾਜ ਸਾਹਿਬ ਦੇ ਦਰ 'ਤੇ ਆ ਕਰਕੇ ਜੋ ਨਮਸਕਾਰਾਂ ਕਰਨੀਆਂ, ਮਹਾਰਾਜ ਦਾ ਜਸ ਕਰਨਾ। ਗੁਰੂ ਸਾਹਿਬ ਨੇ ਜੋ ਸੰਗਤਾਂ ਦੇ ਰੋਗ ਦੁੱਖ ਦੂਰ ਕੀਤੇ, ਹਿੰਦੂ ਮੁਸਲਮਾਨਾਂ ਦੀ ਕਲਿਆਣ ਕੀਤੀ, ਸਿੱਖਾਂ ਦਾ ਭਲਾ ਕੀਤਾ, ਇਹ ਵੇਖ ਕੇ ਰਾਮ ਰਾਏ ਫੇਰ ਨਹੀਂ ਮਾਤਾ ਜੀ ਕਹਿੰਦੇ ਜਰ ਸਕਿਆ। ਈਰਖਾ ਵਸ ਹੋ ਕੇ ਸਰਾਪ ਦੇ ਦਿੱਤਾ। ਭਾਵੇਂ ਮਹਾਰਾਜ ਸਮਰੱਥ ਸੀ ਰਾਮ ਰਾਏ ਦੇ ਬਚਨਾਂ ਨੂੰ ਮੇਟਣ ਵਾਸਤੇ, ਪਰ ਫਿਰ ਵੀ ਉਹਨਾਂ ਨੇ ਆਪਣੇ ਤਨ 'ਤੇ ਸਾਰਾ ਬਚਨ ਸਹਾਰ ਲਿਆ। ਜਿਵੇਂ ਕਿਹਾ ਉਸੇ ਤਰ੍ਹਾਂ ਸਰੀਰ ਤਿਆਗਤਾ। ਜੈ ਸਿੰਘ ਵੀ ਮਾਤਾ ਜੀ ਦੇ ਕੋਲ ਹੀ ਬੈਠਾ। ਰਾਜਾ ਜੈ ਸਿੰਘ ਕਹਿੰਦਾ ਮਾਤਾ ਜੀ ਮੈਂ ਸਤਿਗੁਰਾਂ ਦਾ ਸੇਵਕ ਹਾਂ, ਜਿਵੇਂ ਉਵੇਂ ਤੁਹਾਡਾ ਵੀ ਸੇਵਕ ਹਾਂ। ਜਿਵੇਂ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਦੀ ਸੇਵਾ ਕਰਦਾ ਰਿਹਾ, ਤੁਸੀਂ ਵੀ ਹੁਕਮ ਕਰੋ, ਆਪਣਾ ਸੇਵਕ ਜਾਣ ਕੇ ਅਸੀਂ ਸੇਵਾ ਕਰਾਂਗੇ। ਗੁਰਿਆਈ ਬਾਰੇ ਪੁੱਛਿਆ ਕਿਹਨੂੰ ਮਿਲੀ ਹੈ? ਗੁਰਬਖਸ਼ ਮਲ ਮਸੰਦ ਨੇ ਦੱਸਿਆ ਵੀ ਬਾਬਾ ਵਸੇ ਗੁਰਾਮ ਜੀ ਬਕਾਲੇ। ਇਹ ਕਹਿ ਕੇ ਮਹਾਰਾਜ ਸਾਹਿਬ ਨੇ ਇਸ਼ਾਰਾ ਕੀਤਾ ਹੈ, ਨਾਮ ਨਹੀਂ ਅਸੀਂ ਪੁੱਛ ਸਕੇ ਉਹਨਾਂ ਦਾ। ਬਾਕੀ ਜੋ ਵੀ ਗੁਰੂ ਹੋਣਗੇ ਉਹ ਪ੍ਰਗਟ ਹੋਣ ਤੋਂ ਨਹੀਂ ਰਹਿ ਸਕਦੇ। 9ਵੇਂ ਪਾਤਸ਼ਾਹ ਜ਼ਰੂਰ ਪ੍ਰਗਟ ਹੋਣਗੇ। ਵੀ ਬਚਨ ਬਿਲਾਸ ਹੋਏ। ਜੈ ਸਿੰਘ ਨੂੰ ਮਾਤਾ ਜੀ ਨੇ ਕਿਹਾ ਤੇਰੇ ਪ੍ਰੇਮ ਕਰਕੇ ਹੀ ਸਤਿਗੁਰੂ ਇੱਥੇ ਆਏ ਸਨ, ਨਹੀਂ ਤਾਂ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੂੰ ਕੋਈ ਦਿੱਲੀ ਲਿਆ ਨਹੀਂ ਸੀ ਸਕਦੀ ਸ਼ਕਤੀ, ਕੋਈ ਵੀ ਉਹਨਾਂ ਦੇ ਦਬਾਅ ਨਹੀਂ ਸੀ ਪਾ ਸਕਦੇ। ਤੇ ਇਸ ਤਰ੍ਹਾਂ ਦੇ ਬਚਨ ਬਿਲਾਸ ਹੋਏ। ਮਾਤਾ ਜੀ ਦੇ ਕੋਲੋਂ ਆਗਿਆ ਲੈ ਕੇ ਜੈ ਸਿੰਘ ਚਲਾ ਗਿਆ ਆਪਣੇ ਘਰ ਨੂੰ। ਮਗਰੋਂ ਇੱਕ ਵਾਰ ਮਾਤਾ ਜੀ ਦੇ ਨੇਤਰਾਂ ਦੇ ਵਿੱਚੋਂ ਜਲ ਵਹਿ ਤੁਰਿਆ। ਪੁੱਤਰ ਦੇ ਗੁਣ ਚੇਤੇ ਕਰ ਕਰਕੇ ਵੈਰਾਗ ਕਰਦੇ ਹਨ। ਫਿਰ ਮਿਲੇ ਹੋਏ ਗਿਆਨ ਦਾ ਸਦਕਾ ਧੀਰਜ ਧਾਰਦੇ ਨੇ। ਸੰਗਤਾਂ ਕਹਿੰਦੀਆਂ ਮਾਤਾ ਜੀ ਸਾਡੇ ਭਾਗ ਹੀ ਮਾੜੇ ਨੇ ਵੀ ਸਤਿਗੁਰੂ ਸਾਡੇ ਕੋਲ ਦਿੱਲੀ ਆਏ, ਪਰ ਬਹੁਤਾ ਸਮਾਂ ਸਾਨੂੰ ਮਹਾਰਾਜ ਦੇ ਦਰਸ਼ਨ ਨਹੀਂ ਮਿਲੇ। ਹੁਣ ਦਰਸ਼ਨ ਨਹੀਂ ਹੋ ਰਹੇ, ਸਾਡੇ ਮਾੜੇ ਭਾਗਾਂ ਦੀ ਨਿਸ਼ਾਨੀ ਹੈ। ਇਸ ਤਰ੍ਹਾਂ ਸਾਧ ਸੰਗਤ ਪ੍ਰਸੰਗ ਪਿਛਲੇ ਸਮੇਂ ਦੌਰਾਨ ਆਪਾਂ ਸਰਵਣ ਕੀਤੇ ਹਨ। ਇਸ ਤੋਂ ਅੱਗੇ ਜਿਵੇਂ ਜੋ ਮਹਾਰਾਜ ਦੇ ਸੱਚਖੰਡ ਜਾਣ ਤੋਂ ਬਾਅਦ ਸੰਗਤਾਂ ਆ ਰਹੀਆਂ ਨੇ ਦਿੱਲੀ, ਕਿਵੇਂ ਉਹ ਦੁਖੀ ਹੋ ਰਹੇ ਨੇ, ਕਿਵੇਂ ਬਾਬੇ ਬਕਾਲੇ ਦੀ ਧਰਤੀ 'ਤੇ ਨਕਲੀ ਗੁਰੂ ਬਣ ਕੇ ਬੈਠ ਗਏ। ਸੰਗਤ ਵਿੱਚ ਰੌਲਾ ਪੈ ਗਿਆ, ਘਬਰਾਹਟ ਫੈਲ ਗਈ। ਇਹ ਪ੍ਰਸੰਗ ਆਪਾਂ ਅੱਜ ਸਰਵਣ ਕਰਾਂਗੇ। ਗੁਰੂ ਮਹਾਰਾਜ ਸਾਹਿਬ ਜੀ ਦੇ ਪਵਿੱਤਰ ਚਰਨ ਕਮਲਾਂ ਦਾ ਧਾਰੋ ਧਿਆਨ। ਰਸਨਾ ਕਰੋ ਪਵਿੱਤਰ ਸਾਰੀ ਹੀ ਸੰਗਤ, ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਕੇਤਕ ਦਿਨ ਬੀਤੇ ਜਬ। ਧੰਨ ਧੰਨ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਜੀ ਨੂੰ ਸੱਚਖੰਡ ਗਿਆ ਹੋਇਆ ਕਵੀ ਜੀ ਕਹਿੰਦੇ ਜਦੋਂ ਕਿੰਨੇ ਕੁ ਦਿਨ ਬਤੀਤ ਹੋ ਗਏ। ਦੇਸ ਵਿਦੇਸ਼ ਅਸ਼ੇਸ਼। ਜਿੰਨੇ ਵੀ ਦੇਸ਼ ਨੇੜੇ ਅਤੇ ਵਿਦੇਸ਼ ਦੂਰ ਹਨ
ਅਸ਼ੇਸ਼ ਸਮੂਹ ਦੇਸ਼ਾਂ ਪ੍ਰਦੇਸ਼ਾਂ ਦੀਆਂ ਜੋ ਸੰਗਤਾਂ ਨੇ ਆਏ ਸੰਗਤਾਂ ਚਹੁ ਦਿਸਨ ਚੌਹਾਂ ਪਾਸਿਆਂ ਤੋਂ ਭਾਵ ਕਿ ਉੱਤਰ ਦੱਖਣ ਪੂਰਬ ਪੱਛਮ ਚੌਹਾਂ ਬਾਹੀਆਂ ਦੀਆਂ ਸਿੱਖ ਸੰਗਤਾਂ ਸਮੂਹ ਦੇਸ਼ਾਂ ਦੇ ਵਿੱਚ ਵਸਣ ਵਾਲੀਆਂ ਆਉਂਦੀਆਂ ਹਨ ਮਹਾਰਾਜ ਸਾਹਿਬ ਜੀ ਦੇ ਮਿਲਾਪ ਵਾਸਤੇ ਲੈ ਉਪਹਾਰ ਵਿਸ਼ੇਸ਼ ਤੇ ਵਿਸ਼ੇਸ਼ ਤੌਰ ਤੇ ਮਹਾਰਾਜ ਸਾਹਿਬ ਜੀ ਦੇ ਸਤਿਕਾਰ ਦੇ ਨਾਲ ਗੁਰੂ ਸਾਹਿਬ ਦੇ ਨਾਲ ਪ੍ਰੇਮ ਕਰਦਿਆਂ ਹੋਇਆਂ ਅਨੇਕਾਂ ਤਰ੍ਹਾਂ ਦੇ ਉਪਹਾਰ ਭੇਟਾਵਾਂ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਲਈ ਲੈ ਕੇ ਆਉਂਦੇ ਹਨ। ਚੌਪਾਈ ਸਤਿਗੁਰ ਕੋ ਦਿੱਲੀ ਮਹਿ ਜਾਣੈ ਤੇ ਇਸ ਤਰ੍ਹਾਂ ਜਦੋਂ ਕੁਝ ਕੁ ਦਿਨ ਲੰਘੇ ਤਾਂ ਬਹੁਤ ਸੰਗਤ ਆਈ ਦਿੱਲੀ ਦੇ ਵਿੱਚ, ਕਿਉਂਕਿ ਉਹਨਾਂ ਨੂੰ ਪਤਾ ਲੱਗਾ ਸੀ ਵੀ ਗੁਰੂ ਹਰਿਕ੍ਰਿਸ਼ਨ ਸਾਹਿਬ 8ਵੇਂ ਪਾਤਸ਼ਾਹ ਦਿੱਲੀ ਬਿਰਾਜਮਾਨ ਨੇ ਤੇ ਐਵੇਂ ਸਿੱਖ ਸੰਗਤ ਘਰੋਂ ਮਹਾਰਾਜ ਦੇ ਦਰਸ਼ਨ ਕਰਨ ਵਾਸਤੇ ਤੁਰੀ ਹੈ। ਤੇ ਇਸ ਤਰ੍ਹਾਂ ਉਹਨਾਂ ਦੇ ਮਨ ਦਾ ਖਿਆਲ ਹੈ ਵੀ ਆਪਾਂ ਹੁਣ ਕੀਰਤਪੁਰ ਕੀ ਜਾਣਾ ਹੈ। ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀ ਇਸ ਵੇਲੇ ਦਿੱਲੀ ਵਿੱਚ ਹੀ ਬਿਰਾਜਮਾਨ ਨੇ ਤੇ ਚਲੋ ਦਿੱਲੀ ਹੀ ਗੁਰੂ ਸਾਹਿਬ ਦੇ ਦਰਸ਼ਨ ਕਰਨ ਵਾਸਤੇ ਚੱਲਦੇ ਹਾਂ। ਇਵੇਂ 8ਵੇਂ ਪਾਤਸ਼ਾਹ ਦਿੱਲੀ ਗਏ ਜਾਣ ਕੇ ਸੰਗਤਾਂ ਸ਼ਰਮ ਬੜ ਧਾਰ ਆਏ ਬਹੁ ਠਾਨੇ ਇਹਦੇ ਬਹੁਤ ਸ਼ਰਮ ਪਾ ਕੇ ਬਹੁਤ ਥਕਾਵਟ ਪਾ ਕੇ ਉਦਮ ਕਰਕੇ ਬਲ ਧਾਰ ਕੇ ਮੰਜ਼ਲਾਂ ਨੂੰ ਤੈਅ ਕਰਦਿਆਂ ਹੋਇਆ ਦੂਰ ਦੂਰ ਦੇਸ਼ਾਂ ਤੋਂ ਦਿੱਲੀ ਦੇ ਵਿੱਚ ਪਹੁੰਚਦੇ ਹਨ। ਅਦਕ ਥਕਤ ਹੋਏ ਪਹੁੰਚੈ ਜਬੈ ਤੇ ਜਦੋਂ ਦਿੱਲੀ ਦੇ ਵਿੱਚ ਗੁਰਸਿੱਖ ਸੰਗਤ ਪਹੁੰਚਦੀ ਹੈ ਤੇ ਪਹੁੰਚਦਿਆਂ ਇੱਕ ਛੇਤੀ ਤੁਰਦੇ ਨੇ ਵੀ ਮਹਾਰਾਜ ਸਾਹਿਬ ਨੂੰ ਛੇਤੀ ਜਾ ਕੇ ਮਿਲੀਏ ਵੀ ਇਹ ਨਾ ਹੋਵੇ ਦਿੱਲੀ ਤੋਂ ਕਿਤੇ ਹੋਰ ਚਲੇ ਜਾਣ। ਸੰਗਤ ਤਾਂ ਇਹ ਭਾਵਨਾ ਲੈ ਕੇ ਘਰਾਂ ਤੋਂ ਨਿਕਲੀ ਹੈ, ਤੇਜ਼ ਤੁਰਦੇ ਹਨ, ਜ਼ਿਆਦਾ ਪੈਂਡਾ ਰੋਜ਼ ਤੈਅ ਕਰਦੇ ਨੇ, ਜਿਸ ਕਰਕੇ ਥੱਕ ਹੰਬ ਕੇ ਸ਼ਹਿਰ ਵਿੱਚ ਪਹੁੰਚਦੇ ਹਨ। ਗੁਰ ਬੈਕੁੰਠ ਗਏ ਸੁਣ ਸੁਣ ਸਭੈ ਤੇ ਕਹਿੰਦੇ ਇਸ ਤਰ੍ਹਾਂ ਸੰਗਤ ਆਉਂਦੀ ਤਾਂ ਬੜੇ ਉਤਸ਼ਾਹ ਉਦਮ ਦੇ ਨਾਲ ਹੈ, ਥੱਕ ਹਾਰ ਕੇ ਜਦੋਂ ਸ਼ਹਿਰ ਵਿੱਚ ਪਹੁੰਚਦੇ ਦਿੱਲੀ ਨਗਰ ਵਿੱਚ ਅੱਗੇ ਆ ਕੇ ਕਹਿੰਦੇ ਨੇ ਵੀ ਅਸੀਂ ਸਤਿਗੁਰਾਂ ਨੂੰ ਮਿਲਣਾ, ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਕਿੱਥੇ ਨੇ? ਤਾਂ ਦੱਸਣ ਵਾਲੇ ਦੱਸਦੇ ਹਨ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਤਾਂ ਜੋਤੀ ਜੋਤ ਸਮਾ ਗਏ ਨੇ, 8ਵੇਂ ਪਾਤਸ਼ਾਹ ਦੇ ਸੱਚਖੰਡ ਨੂੰ ਚਲੇ ਗਏ ਨੇ। ਜਦੋਂ ਇਸ ਤਰ੍ਹਾਂ ਸੰਗਤਾਂ ਸੁਣਦੀਆਂ ਹਨ ਨਗਰ ਨਿਵਾਸੀਆਂ ਕੋਲੋਂ ਦੀਰਘ ਸਵਾਸ ਲੈ ਤਰ ਧਰਮ ਤੇ ਕਹਿੰਦੇ ਲੰਮੇ ਲੰਮੇ ਸਵਾਸ ਲੈਂਦੇ ਹਉਕੇ ਭਰ ਭਰ ਕੇ ਰੋਂਦੇ ਵੈਰਾਗ ਕਰਦੇ ਹਨ। ਭਾਗ ਬਹੀਨ ਨਾ ਗੁਰ ਦਰਸ਼ਨ ਕਹਿੰਦੇ ਸਾਡੇ ਭਾਗ ਹੀ ਮਾੜੇ ਹਨ ਵੀ ਵੇਖੋ ਘਰੋਂ ਤਾਂ ਤੁਰੇ ਸੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਦਰਸ਼ਨ ਕਰਾਂਗੇ ਚੱਲ ਕੇ, ਪਰ ਇੱਥੇ ਆ ਕਰਕੇ ਸਾਨੂੰ ਗੁਰਾਂ ਦੇ ਦਰਸ਼ਨ ਹੀ ਨਹੀਂ ਹੋਏ। ਸਤਿਗੁਰੂ ਸਾਹਿਬ ਜੀ ਪਹਿਲਾਂ ਹੀ ਸਾਡੇ ਦਰਸ਼ਨ ਕਰਨ ਤੋਂ ਸੱਚਖੰਡ ਚਲੇ ਗਏ ਹਨ। ਇਹ ਸਾਡੇ ਮਾੜੇ ਭਾਗਾਂ ਦੀ ਨਿਸ਼ਾਨੀ। ਐਵੇਂ ਸੰਗਤਾਂ ਚੌਹਾਂ ਪਾਸਿਆਂ ਦੀਆਂ ਆਪਸ ਵਿੱਚ ਮਿਲ ਮਿਲ ਕੇ ਸਾਧ ਸੰਗਤ ਵੈਰਾਗ ਕਰਦੀਆਂ ਹਨ। ਅਦਕ ਮੋਲ ਹਮ ਖਰਚਨ ਕੀਨਾ ਤੇ ਪਿਆਰ ਵਿੱਚ ਕਹਿੰਦੇ ਨੇ ਵੇਖੋ ਵੀ ਅਸੀਂ ਮਹਾਰਾਜ ਸਾਹਿਬ ਦੇ ਨਾਮ ਤੇ ਦਸਵੰਧ ਕੱਢਦੇ ਰਹੇ, ਫਿਰ ਜਦੋਂ ਦਸਵੰਧ ਦੀ ਰਕਮ ਇਕੱਠੀ ਹੋਈ ਤਾਂ ਬਹੁਤਾ ਮੁੱਲ ਖਰਚ ਕਰਕੇ ਸਤਿਗੁਰੂ ਸਾਹਿਬ ਜੀ ਦੇ ਵਾਸਤੇ ਪ੍ਰੇਮ ਭੇਟਾ ਲੈ ਕੇ ਆਏ ਸਾਂ। ਵਸਤ ਅਜਾਇਬ ਤਹਿ ਤੇ ਲੀਨ ਕੋਈ ਕਹਿੰਦਾ ਮੈਂ ਫਲਾਣੇ ਥਾਂ ਤੋਂ ਅਜਾਇਬ ਹੀ ਵਸਤ, ਅਜਬ ਅਜਾਇਬ ਹੁੰਦਾ ਵੀ ਹੈਰਾਨ ਹੀ ਕਰਨ ਵਾਲੀ ਜਿਹੜੀ ਵਸਤੂ ਹਰ ਥਾਂ ਤੇ ਕੋਈ ਪ੍ਰਾਪਤ ਨਾ ਹੋਵੇ, ਮਹਾਰਾਜ ਸਾਹਿਬ ਜੀ ਦੇ ਵਾਸਤੇ ਖਰੀਦ ਕੇ ਲੈ ਕੇ ਆਂਦੀ ਸੀ। ਅਰਪਹਿ ਗੁਰ ਪ੍ਰਸੰਤਾ ਲੈ ਸਾਨੂੰ ਕੀ ਪਤਾ ਸੀ ਵੀ ਸਾਡੀ ਜੋ ਭਾਵਨਾ ਪੂਰੀ ਨਹੀਂ ਹੋਵੇਗੀ, ਅਸੀਂ ਤਾਂ ਇਸ ਭਾਵਨਾ ਨਾਲ ਸੰਗਤ ਕਹਿੰਦੀ ਸਿੱਖ ਕਹਿੰਦੇ ਤੁਰੇ ਸਾਂ ਘਰੋਂ ਵੀ ਆਹ ਵਸਤੂ ਮਹਾਰਾਜ ਸਾਹਿਬ ਜੀ ਨੂੰ ਅਰਪਾਂਗੇ, ਗੁਰੂ ਸਾਹਿਬ ਸਾਡੇ ਦੇ ਖੁਸ਼ ਹੋਣਗੇ, ਸਤਿਗੁਰੂ ਸਾਡੇ ਦੇ ਬਖਸ਼ਿਸ਼ਾਂ ਕਰਨਗੇ, ਸਾਨੂੰ ਵਰ ਦੇਣਗੇ। ਇਸ ਤਰ੍ਹਾਂ ਦੀਆਂ ਭਾਵਨਾ ਲੈ ਕਰਕੇ ਘਰੋਂ ਤੁਰੇ ਸਾਂ ਗੁਰਾਂ ਦੀ ਖੁਸ਼ੀ ਲੈਣ ਵਾਸਤੇ। ਭਏ ਨੇ ਫਲ ਅਬ ਕਿਸ ਕੋ ਦੇ ਕਹਿੰਦੇ ਤਾਂ ਹੁਣ ਸਾਡਾ ਸਭ ਕੁਝ ਨਿਸ਼ਫਲ ਹੀ ਚਲਾ ਗਿਆ ਨਾ, ਭੇਟ ਅਸੀਂ ਹੁਣ ਕਿਹਨੂੰ ਦੇਵਾਂਗੇ, ਕਿਹਦੇ ਕੋਲੋਂ ਖੁਸ਼ੀ ਮਿਲੇਗੀ ਜੋ ਗੁਰੂ ਹਰਿਕ੍ਰਿਸ਼ਨ ਸਾਹਿਬ ਨੇ ਸਾਨੂੰ ਬਖਸ਼ਣੀ ਸੀ, ਜਿਹੜੀਆਂ 8ਵੇਂ ਪਾਤਸ਼ਾਹ ਦੇ ਕੋਲੋਂ ਸਾਨੂੰ ਪ੍ਰਸੰਨਤਾ ਅਤੇ ਵਡਿਆਈਆਂ ਪ੍ਰਾਪਤ ਹੋਣੀਆਂ ਸਨ। ਹੁਣ ਇਹ ਭੇਟਾਵਾਂ ਕਿਹਦੇ ਅੱਗੇ ਰੱਖੀਏ?
ਕਿਹੜਾ ਸਾਨੂੰ ਮਹਾਰਾਜ ਸਾਹਿਬ ਵਾਂਗ ਪ੍ਰਸੰਨ ਕਰੇਗਾ। ਹਿਰਦੇ ਬਸੂਰਤ ਦੁਖ ਸਿੱਖ ਸਾਰੇ। ਇਸ ਤਰ੍ਹਾਂ ਸਾਧ ਸੰਗਤ ਜਿਹੜੀ ਸੰਗਤ ਆਉਂਦੀ ਹੈ ਨਾ, ਕੋਈ ਕਿਤੇੋਂ ਆ ਰਿਹਾ ਹੈ, ਕੋਈ ਅੱਜ ਆ ਰਿਹਾ, ਕੋਈ ਕੱਲ੍ਹ ਆ ਰਿਹਾ, ਅੱਗੋਂ ਪਿੱਛੋਂ ਜਿੰਨੇ ਵੀ ਆ ਰਹੇ ਨੇ, ਸ਼ਹਿਰ ਵਿੱਚ ਪਹੁੰਚਦੇ ਆ ਦਿੱਲੀ ਸ਼ਹਿਰ 'ਚ ਪਤਾ ਲੱਗਦਾ ਏ ਵੀ ਮਹਾਰਾਜ ਸਾਹਿਬ ਤਾਂ ਸਰੀਰ ਤਿਆਗ ਗਏ, ਤਾਂ ਮਿਲ ਮਿਲ ਕੇ ਬਹੁਤ ਝੂਰਦੇ ਹਨ। ਸਾਰੇ ਹੀ ਸਿੱਖ ਹਿਰਦੇ 'ਚ ਬੜੇ ਦੁਖੀ ਹਨ। ਆਏ ਦੂਰ ਲੈ ਗੁਰੂ ਨਿਹਾਰੇ। ਕਹਿੰਦੇ ਵੇਖੋ ਕਿੰਨੀ ਦੂਰ ਆਏ ਸਾਂ, ਕਈ ਸੈਂਕੜਿਆਂ ਕੋਹ ਦਾ ਸੈਂਕੜੇ ਮੀਲਾਂ ਦਾ ਪੈਂਡਾ ਤੈਅ ਕੀਤਾ, ਪਰ ਫਿਰ ਵੀ ਸਾਡੇ ਐਸੇ ਮੰਦੇ ਭਾਗ ਅਸੀਂ ਗੁਰੂ ਮਹਾਰਾਜ ਨੂੰ ਵੇਖ ਹੀ ਨਹੀਂ ਸਕੇ, ਸਤਿਗੁਰਾਂ ਦਾ ਦਰਸ਼ਨ ਨਹੀਂ ਸਾਨੂੰ ਮਿਲਿਆ। ਇਸ ਦੇ ਮਨੋ ਕਾਮਨਾ ਪਾਵੇ। ਹਾਂ, ਇਸ ਤਰ੍ਹਾਂ ਸਿੱਖ ਆਪਸ ਵਿੱਚ ਕਹਿੰਦੇ ਦੱਸੋ ਹੁਣ ਅਸੀਂ ਕਿਹਦੇ ਅੱਗੇ ਆਪਣਾ ਦੁੱਖ ਦੱਸੀਏ, ਕਿਹੜਾ ਸਾਡੇ ਮਨ ਦੀ ਭਾਵਨਾ ਪੂਰੀ ਕਰੇਗਾ। ਕਿਸ ਆਗੇ ਹਮ ਸੀਸ ਨਵਾਵੇ। ਕਿਹਦੇ ਅੱਗੇ ਅਸੀਂ ਗੁਰੂ ਨਾਨਕ ਸਾਹਿਬ ਦਾ ਰੂਪ ਜਾਣ ਕੇ ਸਿਰ ਨਵਾਈਏ, ਕਿਹਨੂੰ ਮੱਥਾ ਟੇਕੀਏ। ਸਗਲ ਸਰੀਕ ਜਿ ਸੋਢੀ ਆਹੇ। ਸੰਗਤ ਆਪਸ ਵਿੱਚ ਵਿਚਾਰ ਕਰਦੀ ਹੈ ਵੀ ਹੋਰ ਜਿਹੜੇ ਮਹਾਰਾਜ ਸਾਹਿਬ ਦੇ ਸ਼ਰੀਕ ਹਨ, ਜਿੰਨੇ ਵੀ ਸੋਢੀ ਲੋਕ, ਗੁਰ ਕਰਕੇ ਦਰੋਹੀ ਨਿਤ ਰਹੇ। ਉਹ ਤਾਂ ਸ਼ੁਰੂ ਤੋਂ ਹੀ ਗੁਰੂ ਨਾਨਕ ਸਾਹਿਬ ਦੇ ਘਰ ਦੇ ਦਰੋਹੀ ਰਹੇ ਨੇ। ਚੌਥੇ ਪਾਤਸ਼ਾਹ ਤੋਂ ਹੀ ਗੁਰੂ ਨਾਨਕ ਦੇਵ ਸਾਹਿਬ ਦੀ ਗੱਦੀ ਦੇ ਨਾਲ ਵੈਰ ਹੀ ਰੱਖਦੇ ਰਹੇ ਹਨ। ਪ੍ਰਥਮੇ ਪ੍ਰਿਥੀਏ ਬੈਰ ਕਮਾਇਓ। ਸੰਗਤ ਭਜਨ ਵਿਲਾਸ ਕਰਦੀ। ਪਹਿਲਾਂ ਵੇਖੋ ਵੀ ਪੰਜਵੇਂ ਪਾਤਸ਼ਾਹ ਦੇ ਨਾਲ ਪ੍ਰਿਥੀ ਚੰਦ ਕਿੰਨਾ ਵੈਰ ਕਮਾਉਂਦਾ ਰਿਹਾ। ਚਿਤਵਤ ਬੁਰਾ ਪਰਲੋਕ ਸਦਾਇਓ। ਬੁਰਾ ਹੀ ਸੋਚਦਾ ਰਿਹਾ। ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੂੰ ਵੀ ਮਾਰਨ ਦੇ ਯਤਨ ਕੀਤੇ ਤੇ ਇਹਦਾ ਮਾੜਾ ਸੋਚਦੇ ਹੀ ਪ੍ਰਿਥੀਆ ਪਰਲੋਕ ਨੂੰ ਚਲਾ ਗਿਆ, ਮਰ ਗਿਆ। ਧੀਰ ਮਲ ਤੇ ਆਦ ਕੌਰ। ਤੇ ਫਿਰ ਵੇਖੋ ਵੀ ਧੀਰ ਮਲ ਅਤੇ ਇਹਦੇ ਨਾਲ ਹੋਰ ਵੀ ਕਈ ਜਿਹੜੇ ਸੋਢੀ ਹਨ। ਗੁਰ ਬਿਨ ਰਹੇ ਆਪਣੀ ਠੌਰ। ਗੁਰ ਬਨ ਰਹੇ, ਬਿਨ ਨਹੀਂ ਗੁਰ ਬਨ ਰਹੇ ਆਪਣੀ ਠੌਰ। ਆਪੋ ਆਪਣੀ ਥਾਂ ਦੇ ਆਪ ਹੀ ਕਹਿੰਦੇ ਬੈਠ ਕੇ ਗੁਰੂ ਬਣ ਕੇ ਵੀ ਅਸੀਂ ਹੀ ਗੁਰੂ ਹਾਂ। ਧੀਰ ਮਲ ਤਾਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਵੇਲੇ ਹੀ ਇੱਕ ਵਾਰ ਸਾਧ ਸੰਗਤ ਸਤਿਗੁਰੂ ਜੀ ਤਾਂ ਆਏ ਨਾ ਦੀਵਾਨ ਵਿੱਚ, ਤੇ ਜਿੱਦਣ ਇਹਨੇ ਵੇਖਿਆ ਨਾ ਵੀ ਅੱਜ ਮਹਾਰਾਜ ਛੇਵੇਂ ਪਾਤਸ਼ਾਹ ਦੀਵਾਨ 'ਚ ਨਹੀਂ ਆਏ, ਆਪ ਹੀ ਜਾ ਕਰਕੇ ਬੈਠ ਗਿਆ, ਚੌਰ ਆਪਣੇ ਸਿਰ ਤੇ ਝੁਲਾਈ ਜਾਵੇ ਗੁਰੂ ਬਣ ਕੇ। ਉਹ ਤਾਂ ਫਿਰ ਧੱਕੇ ਮਾਰ ਕੇ ਗੁਰਾਂ ਦੇ ਕਹਿਣ ਤੇ ਕੱਢਿਆ ਇਹਨੂੰ ਕੀਰਤਪੁਰ ਤੋਂ ਵੀ ਇੱਥੇ ਬਾਅਦ ਵਿੱਚ ਮੂੰਹ ਨਾ ਵਿਖਾਈ ਆਪਣਾ। ਸਤਿਗੁਰਾਂ ਦੇ ਹੁੰਦੇ ਗੁਰੂ ਬਣ ਬੈਠਦਾ ਸੀ। ਤੇ ਉਹੀ ਸੰਗਤ ਵਿਚਾਰ ਕਰ ਰਹੀ ਹੈ ਵੀ ਵੇਖੋ ਵੀ ਸੋਢੀ ਜਿਹੜੇ ਹਨ ਇਹ ਗੁਰੂ ਨਾਨਕ ਸਾਹਿਬ ਦੇ ਘਰ ਦੇ ਨਾਲ ਈਰਖਾ ਕਰਦੇ। ਪਹਿਲਾਂ ਪ੍ਰਿਥੀਆ ਹੋਇਆ ਏ, ਫਿਰ ਧੀਰ ਮਲ ਆਦਿਕ ਹੋਰ ਕਈ ਮਿਲ ਮਿਲ ਕੇ ਆਪੇ ਹੀ ਗੁਰੂ ਬਣ ਕੇ ਬੈਠੇ ਹਨ। ਗੁਰੂ ਬੰਸ ਮੇ ਇੱਕ ਹੈ ਜਨਮੇ। ਕਹਿੰਦੇ ਵੀ ਬਸ ਇੰਨਾ ਹੀ ਕਹਿ ਸਕਦੇ ਆ ਵੀ ਇਹਨਾਂ ਦਾ ਜਨਮ ਗੁਰੂ ਬੰਸ ਦੇ ਵਿੱਚ ਗੁਰੂ ਪਰਿਵਾਰ ਅੰਦਰ ਹੋਇਆ ਹੈ। ਸਹਸ ਗੁਣੇ ਘਟ ਨਹਿ ਗੁਣ ਮਨ ਮੈਂ। ਪਰ ਇਹਨਾਂ 'ਚ ਗੁਰੂ ਘਰ ਵਾਲਾ ਕੋਈ ਗੁਣ ਨਹੀਂ ਹੈ, ਸਗੋਂ ਗੁਰੂ ਸਾਹਿਬ ਦੇ ਘਰ ਦੇ ਵਿੱਚ ਜੋ ਗੁਣ ਨੇ ਉਹਨਾਂ ਨਾਲੋਂ ਹਜ਼ਾਰਾਂ ਹੀ ਗੁਰਾਂ ਨਾਲੋਂ ਗੁਣ ਘੱਟ ਹੀ ਨੇ ਇਹਨਾਂ ਦੇ ਵਿੱਚ। ਸਤਿਗੁਰੂ ਸਦਾ ਦਿਆਲੂ ਹੈ, ਇਹ ਸਦਾ ਆਪਣਾ ਭਲਾ ਚਾਹੁੰਦੇ ਨੇ। ਮਹਾਰਾਜ ਸਾਹਿਬ ਸਾਰਿਆਂ ਦੇ ਪ੍ਰੇਮ ਦ੍ਰਿਸ਼ਟੀ ਰੱਖਦੇ ਨੇ, ਇਹ ਈਰਖਾਲੂ ਹਨ। ਮਹਾਰਾਜ ਨੂੰ ਕੋਈ ਲੋਭ ਲਾਲਚ ਨਹੀਂ, ਇਹਨਾਂ 'ਚ ਲੋਭ ਕੁੱਟ ਕੇ ਭਰਿਆ ਹੈ। ਕਹਿੰਦੇ ਹਜ਼ਾਰ ਗੁਣਾ ਇਹ ਧੀਰ ਮਲ ਹੋਇਆ, ਪ੍ਰਿਥੀਆ ਹੋਇਆ, ਮਿਹਰਬਾਨ ਹੋਇਆ, ਰਾਮ ਰਾਏ, ਇਹ ਸਾਰੇ ਹੀ ਹਜ਼ਾਰ ਗੁਣਾ ਕਹਿੰਦੇ ਵੀ ਥੱਲੇ ਨੇ ਗੁਰੂ ਮਹਾਰਾਜ ਦੇ ਪਾਤਸ਼ਾਹ ਦੇ ਨਾਲੋਂ। ਇਹ ਜਨਮ ਹੀ ਇਹਨਾਂ ਦਾ ਇੱਕ ਕਹਿਣ ਨੂੰ ਗੁਰੂ ਘਰ ਦੇ ਵਿੱਚ ਸੋਢੀਆਂ ਦੀ ਬੰਸ ਵਿੱਚ ਹੋਇਆ, ਪਰ ਗੁਣ ਇਹਨਾਂ ਦੇ ਵਿੱਚ ਕੋਈ ਨਹੀਂ ਸਤਿਗੁਰਾਂ ਵਾਲਾ। ਗੁਰ ਸਮੇਂ ਅਜਮਤ ਤੋ ਕਿਤ ਪਾਈਅਤ। ਗੁਰੂ ਸਾਹਿਬ ਦੇ ਬਰਾਬਰ ਦੀ ਸ਼ਕਤੀ ਤਾਂ ਕੀ ਇਹਨਾਂ ਦੇ ਵਿੱਚ ਹੋਣੀ ਸੀ। ਇੱਥੇ ਅਜਮਤ ਦਾ ਭਾਵ ਕੱਲੀ ਕਰਾਮਾਤ ਨਹੀਂ, ਤੇ ਸ਼ਕਤੀ ਤਾਂ ਰਾਮ ਰਾਏ 'ਚ ਵੀ ਹੈਗੀ ਹੈ। ਇੱਥੇ ਅਜਮਤ ਦਾ ਭਾਵ ਹੈ ਬਜ਼ੁਰਗੀ, ਇੱਥੇ ਅਜਮਤ ਦਾ ਭਾਵ ਹੈ ਵਡਿਆਈ, ਉਦਾਰਤਾ, ਵਿਸ਼ਾਲਤਾ, ਭਲੇ ਵਾਲੇ ਵਿਚਾਰ। ਇਹ ਕਹਿੰਦੇ ਸਤਿਗੁਰਾਂ ਦੇ ਬਰਾਬਰ ਇਹਨਾਂ ਨੇ ਕਿੱਥੇ ਪਾਉਣੇ ਸਨ। ਚਾਹੇ ਮਨੋਤ ਇਹੀ ਇੱਕ ਲਈਅਤ। ਬਸ ਇੱਕ ਮਨੋਤ ਹੀ ਚਾਹੁੰਦੇ ਨੇ ਲੈਣੀ, ਵੀ ਸੰਗਤ ਆਵੇ ਤੇ ਜਿਹੜੀ ਭੇਟ ਆਵੇ, ਕੋਈ ਪੈਸਾ ਆਵੇ, ਚੜਾਵਾ ਆਵੇ, ਉਹ ਸਾਂਭ ਲਈਏ। ਬਸ ਪੈਸੇ ਤੋਂ ਪਰੇ ਨਹੀਂ ਵੇਖਦੇ, ਇਹਨਾਂ ਨੂੰ ਪੈਸੇ ਦਿਖਦੇ ਹਨ, ਇਹਨਾਂ ਨੂੰ ਚੜਾਵਾ ਦਿਖਦਾ ਹੈ। ਮਨੌਤ ਸੰਗਤ ਜੋ ਸੁਖਣਾ ਸੁਖਦੀ ਹੈ, ਉਹ ਮਨੌਤ ਦਿਖਦੀ ਹੈ। ਦਿੱਲੀ ਵਿੱਚ ਬੈਠੀਆਂ ਸੰਗਤਾਂ ਆਪਸ ਵਿੱਚ ਵਚਨ ਕਰ ਰਹੀਆਂ ਨੇ
ਵੀ ਆਪਾਂ ਇਹਨਾਂ ਦੇ ਕੋਲ ਵੇਖੋ ਕਿਵੇਂ ਜਾ ਸਕਦੇ ਆ। ਇਹਨਾਂ ਦੇ ਪੱਲੇ ਕੋਈ ਧਰਮ ਦਾ ਕਰਮ ਤੇ ਹੈ ਨਹੀਂ ਹੈ। ਰਾਮ ਰਾਏ ਧੀਰਮਲ ਆਦਿਕ ਜਾਂ ਹੋਰ ਪ੍ਰਿਥਵੀ ਦੀ ਬੰਸ ਵਿੱਚ ਇਹ ਤਾਂ ਸੰਗਤ ਦੇ ਪੈਸੇ ਵੱਲ ਵੇਖਦੇ ਹਨ, ਬਸ ਇਹ ਤੋਂ ਅੱਗੇ ਕੋਈ ਸ਼ਕਤੀ ਨਹੀਂ। ਰਾਮ ਰਾਏ ਗੁਰ ਕੋ ਸੁਤ ਜੇਠਾ। ਫਿਰ ਵੇਖੋ ਗੁਰੂ ਹਰਿ ਸਾਹਿਬ ਦਾ ਜਿਹੜਾ ਵੱਡਾ ਪੁੱਤਰ ਰਾਮ ਰਾਏ ਸੀ, ਨਹਿ ਗੁਰਤਾ ਗਾਦੀ ਪਰ ਬੈਠਾ। ਉਹ ਵੀ ਗੁਰਤਾ ਗੱਦੀ ਤੇ ਨਹੀਂ ਬੈਠ ਸਕਿਆ। ਸ੍ਰੀ ਹਰਿ ਰਾਏ ਆਪ ਫਰਮਾਏ। ਗੁਰੂ ਹਰਿ ਸਾਹਿਬ ਜੀ ਨੇ ਆਪ ਆਪਣੇ ਮੁਖੋਂ ਇਹ ਬਚਨ ਕਰ ਦਿੱਤਾ ਸੀ ਸੱਚਖੰਡ ਜਾਣ ਤੋਂ ਪਹਿਲਾਂ ਹੀ। ਅਮਰੋ ਸਿੱਖ ਤਿਸ ਨਿਕਟ ਨਾ ਜਾਏ। ਜਿਹੜਾ ਸਾਡਾ ਸਿੱਖ ਹੈ ਉਹ ਰਾਮ ਰਾਏ ਦੇ ਨੇੜੇ ਨਾ ਜਾਵੇ। ਜਦੋਂ ਲਾਹੌਰ ਵੀ ਗਿਆ ਸੀ ਨਾ ਰਾਮ ਰਾਏ, ਆ ਰਿਹਾ ਸੀ ਕੀਰਤਪੁਰ ਸਾਹਿਬ ਨੂੰ, ਤੇ ਪੁੱਛਣ ਭੇਜਿਆ ਇਹਨੇ ਮਹਾਰਾਜ ਦਰਸ਼ਨ ਕਰਾਂ, ਰੋਪੜ ਖਲੋ ਗਿਆ ਸੀ। ਸਤਿਗੁਰੂ ਕਹਿੰਦੇ ਨਾ, ਉਹਨੂੰ ਕੋ ਜਿੱਧਰੋਂ ਆਇਆ ਹੈ, ਜਿੱਧਰ ਨੂੰ ਮੂੰਹ ਹੈ ਉਧਰ ਨੂੰ ਚਲਾ ਗਿਆ। ਲਾਹੌਰ ਵੱਲ ਮੁਖ ਸੀ, ਉੱਥੇ ਹੀ ਚਲਾ ਗਿਆ। ਸਤਵੇਂ ਪਾਤਸ਼ਾਹ ਨੇ ਸੁਨੇਹਾ ਭੇਜ ਦਿੱਤਾ ਵੀ ਕੋਈ ਇਹਨੂੰ ਮਿਲੇ ਨਾ, ਕੋਈ ਵੀ ਇਹਦੇ ਮੱਥੇ ਨਾ ਲੱਗੇ। ਜਿਹੜੇ ਕੁਝ ਮਿਲੇ ਸਨ ਉਹਨਾਂ ਦੇ ਮਹਾਰਾਜ ਨਾਰਾਜ਼ ਹੋਏ ਸੀ। ਸੰਗਤ ਉਸ ਗੱਲ ਦਾ ਵੀ ਜ਼ਿਕਰ ਕਰ ਰਹੀ ਹੈ ਵੀ ਹੁਣ ਸਤਿਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨਹੀਂ ਹਨ, ਉਹਨਾਂ ਤੋਂ ਬਗੈਰ ਧੀਰ ਮੱਲੀਏ ਦੇ ਪ੍ਰਿਥਵੀ ਦੀ ਬੰਸ ਨੂੰ ਤਾਂ ਆਪਾਂ ਮਿਲ ਨਹੀਂ ਸਕਦੇ। ਫਿਰ ਰਹਿ ਗਿਆ ਰਾਮ ਰਾਏ। ਇਹਦੇ ਬਾਰੇ ਵੀ ਗੁਰੂ ਹਰਿ ਸਾਹਿਬ ਆਪਣੇ ਹੁੰਦਿਆਂ ਬਚਨ ਕਰ ਗਏ ਸਨ ਵੀ ਜਿਹੜਾ ਸਾਡਾ ਸਿੱਖ ਹੈ, ਜਿਹਨੇ ਸਾਡੀ ਖੁਸ਼ੀ ਲੈਣੀ ਹੈ, ਉਹ ਰਾਮ ਰਾਏ ਨਾਲ ਮੇਲ ਮਿਲਾਪ ਕਦੀ ਨਾ ਰੱਖੇ। ਹਰੀ ਜੋ ਬਾਤ ਹੈ ਬਕਿਆਥੀ। ਕਿਉਂਕਿ ਜਿਹੜੀ ਉਹਨੇ ਗੁਰੂ ਨਾਨਕ ਸਾਹਿਬ ਦੀ ਗੁਰਬਾਣੀ ਦੇ ਅਰਥ ਬਦਲਣ ਵਾਲੀ ਗੱਲ ਕੀਤੀ, ਮੁਸਲਮਾਨ ਦੇ ਥਾਂ ਤੇ ਮਿੱਟੀ ਮੁਸਲਮਾਨ ਕੀ, ਪੇੜਾ ਪਈ ਘੁਮਿਆਰ ਵਾਲੇ ਥਾਂ ਤੇ ਮਿੱਟੀ ਬੇਈਮਾਨ ਦੀ ਕਹੀ ਸੀ। ਉਹ ਗੱਲ ਕਹਿੰਦੇ ਕਿਸੇ ਕੋਲ ਲੁਕੀ ਛਿਪੀ ਤਾਂ ਹੈ ਨਹੀਂ, ਪ੍ਰਗਟ ਹੀ ਸਾਰਿਆਂ ਨੂੰ ਪਤਾ ਹੈ ਵੀ ਰਾਮ ਰਾਏ ਗੁਰੂ ਨਾਨਕ ਸਾਹਿਬ ਦੇ ਬਚਨਾਂ ਤੇ ਉਂਗਲ ਰੱਖ ਗਿਆ, ਗੁਰੂ ਦੀ ਬਾਣੀ ਦੇ ਅਰਥ ਬਦਲ ਦਿੱਤੇ। ਇਸ ਕਰਕੇ ਕਹਿੰਦੇ ਉਹਦੇ ਕੋਲ ਤਾਂ ਆਪਾਂ ਕਿਸੇ ਤਰ੍ਹਾਂ ਵੀ ਹੁਣ ਨਹੀਂ ਜਾਣਾ। ਜੇ ਗੁਰੂ ਹਰਿਕ੍ਰਿਸ਼ਨ ਸਾਹਿਬ ਦੇ ਦਰਸ਼ਨ ਨਹੀਂ ਹੋਏ ਤਾਂ ਫਿਰ ਇਹਦਾ ਮਤਲਬ ਲੇਖ ਨਹੀਂ ਵੀ ਹੁਣ ਆਪਾਂ ਰਾਮ ਰਾਏ ਕੋ ਜਾਵਾਂਗੇ, ਉੱਥੇ ਵੀ ਸਾਡਾ ਜਾਣਾ ਨਹੀਂ ਬਣਦਾ। ਗੁਰਸਿੱਖੀ ਤੇ ਹੋਏ ਜੇ ਖਾਰਜ। ਜਿਹੜਾ ਜਾਊਗਾ ਉਹ ਗੁਰਸਿੱਖੀ ਤੋਂ ਖਾਰਜ ਹੋ ਜਾਏਗਾ, ਉਹ ਸਿੱਖ ਨਹੀਂ ਹੋਵੇਗਾ। ਮਿਲਹਿ ਜਾਏ ਸੋ ਬਨੇ ਅਨਾਰਜ। ਮਿਲਹਿ ਜਾਏ ਸੋ ਬਨੇ ਅਨਾਰਜ। ਅਨਾਰਜ ਹੁੰਦਾ ਵੀ ਅਨ ਆਰਜ ਭਾਵ ਕਿ ਸ੍ਰੇਸ਼ਟ ਨਾ ਹੋਣਾ। ਸ੍ਰੇਸ਼ਟ ਨਾ ਹੋਣ ਦਾ ਅਰਥ ਹੋ ਗਿਆ ਵੀ ਬੁਰਾ। ਵੀ ਜਿਹੜਾ ਰਾਮ ਰਾਏ ਕੋ ਜਾਵੇਗਾ, ਗੁਰੂ ਤੋਂ ਬੇਮੁਖ ਬੰਦੇ ਨਾਲ ਜਿਹੜਾ ਸਾਂਝ ਰੱਖੇਗਾ, ਉਹਦੇ ਤੋਂ ਬੁਰਾ ਹੋਰ ਕੋਈ ਨਹੀਂ ਹੋ ਸਕਦਾ। ਇਸ ਕਰਕੇ ਸੰਗਤਾਂ ਕਹਿੰਦੀਆਂ ਸੀ ਉਹਦੇ ਕੋਲ ਵੀ ਨਹੀਂ ਜਾਵਾਂਗੇ। ਜਿਹੜਾ ਸਿੱਖ ਹੋ ਕੇ ਆਪਣੇ ਗੁਰੂ ਦਾ ਬਚਨ ਲੰਘ ਜਾਵੇ, ਜਿਹੜਾ ਸਿੱਖ ਹੋ ਕੇ ਆਪਣੇ ਸਤਿਗੁਰੂ ਦੇ ਹੁਕਮ ਤੋਂ ਅੱਗੇ ਲੰਘ ਜਾਵੇ, ਭਾਵ ਆਗਿਆ ਨੂੰ ਨਾ ਮੰਨੇ। ਦੱਸੋ ਵੀ ਉਹਦੀ ਸਿੱਖੀ ਕਿਵੇਂ ਥਿਰ ਰਹਿ ਸਕਦੀ ਹੈ? ਜੇ ਸਾਧ ਸੰਗਤ ਜਿਵੇਂ ਹੁੰਦਾ ਨਾ ਕਈ ਵੀ ਜਿਹੜੇ ਗੁਰੂ ਘਰ ਦੇ ਵਿਰੋਧੀ ਅਨਮਤੀ ਹੈ, ਉਹਨਾਂ ਨਾਲ ਵੀ ਮੇਲ ਰੱਖੀ ਜਾਂਦੇ ਨੇ ਲੋਕ, ਤੇ ਫੇਰ ਕਹਿਣਗੇ ਵੀ ਅਸੀਂ ਗੁਰੂ ਕੇ ਸਿੱਖ ਵੀ ਹਾਂ। ਤਾਂ ਦੱਸੋ ਵੀ ਉਹਨਾਂ ਦੀ ਸਿੱਖੀ ਕਿਵੇਂ ਸਾਬਤ ਰਹਿ ਸਕਦੀ ਹੈ? ਵੀ ਜਿਹੜੇ ਗੁਰਮਤ ਤੋਂ ਉਲਟ ਗੁਰੂ ਘਰ ਦੇ ਦਰੋਹੀ ਵੈਰ ਵਿਰੋਧ ਕਮਾਉਣ ਵਾਲੇ ਪੁਰਖ, ਗੁਰੂ ਘਰ ਦੀ ਮਰਿਆਦਾ 'ਚ ਫਰਕ ਪਾਉਣ ਵਾਲੇ, ਜਿਹੜੇ ਸਤਿਗੁਰਾਂ ਦੀਆਂ ਨਕਲਾਂ ਕਰਨ ਵਾਲੇ, ਜਿਹੜੇ ਉਹਨਾਂ ਦੇ ਦਰ 'ਤੇ ਜਾ ਕੇ ਹੱਥ ਜੋੜਦੇ ਹੋ, ਫਿਰ ਕਿਵੇਂ ਕਹਿੰਦੇ ਵੀ ਅਸੀਂ ਸਿੱਖ ਹਾਂ, ਅਸੀਂ ਤਾਂ ਵੀ ਮਹਾਰਾਜ ਦੇ ਹੀ ਹਾਂ। ਕਹਿੰਦੇ ਇੱਦਾਂ ਨਹੀਂ ਹੋ ਸਕਦਾ। ਜਿਹੜਾ ਗੁਰੂ ਦਾ ਬਚਨ ਲੰਘ ਜਾਵੇ, ਉਹ ਸਿੱਖ ਦੇ ਘਰ ਵਿੱਚ ਕਦੀ ਸਿੱਖੀ ਨਹੀਂ ਰਹਿ ਸਕਦੀ। ਇਤਿਆਦਕ ਬੋਲੇ ਸਿੱਖ ਸਿਆਣੇ। ਜਿਹੜੇ ਸਿਆਣੇ ਸਿੱਖ ਹਨ, ਇਤਿਆਦਕ ਆਪਸ ਵਿੱਚ ਮਿਲ ਮਿਲ ਕੇ ਬਚਨ ਬਲਾਸ ਕਰਦੇ ਨੇ। ਜਿਹੜੀ ਆਈ ਸੰਗਤ ਉਹਨੂੰ ਸਮਝਾਉਂਦੇ ਹਨ ਵੀ ਮਤਾਂ ਕਿਤੇ ਸੰਗਤ ਭੁੱਲ ਕਰਕੇ ਹੁਣ ਗੁਰੂ ਹਰਿਕ੍ਰਿਸ਼ਨ ਸਾਹਿਬ ਦਾ ਸਰੀਰ ਨਹੀਂ ਇੱਥੇ, ਤਾਂ ਕਿਸੇ ਹੋਰ ਹੀ ਸਾਖਤ ਦੇ ਕੋਈ ਬੇਮੁਖ ਦੇ ਦਰ ਤੇ ਨਾ ਜਾਣ ਲੱਗ ਪਵੇ। ਸੂਖਮ ਕਰੇ ਵਿਚਾਰ ਮਹਾਨੇ। ਇਸ ਤਰ੍ਹਾਂ ਸੂਖਮ ਛੋਟੀ ਤੋਂ ਛੋਟੀ ਦੇ ਮਹਾਨ ਤੋਂ ਮਹਾਨ ਵਿਚਾਰ ਸਿੱਖ ਕਰ ਰਹੇ ਨੇ। ਅਕੋਰਨ ਕੋ ਫਿਰ ਜਾਏ। ਸੋ ਇਸ ਤਰ੍ਹਾਂ ਫਿਰ ਜਿਹੜੀ ਸੰਗਤ ਦਿੱਲੀ ਵਿੱਚ ਆਉਂਦੀ ਹੈ, ਜਦੋਂ ਪਤਾ ਲੱਗਦਾ ਹੁਣ ਸਤਿਗੁਰੂ ਹੈ ਨਹੀਂ ਇੱਥੇ,
ਉਹ ਆਪਣੀਆਂ ਭੇਟਾਵਾਂ ਵਾਪਸ ਲੈ ਕੇ ਆਪਣੇ ਦੇਸ਼ ਨੂੰ, ਆਪਣੇ ਨਗਰ ਨੂੰ ਵਾਪਸ ਮੁੜ ਜਾਂਦੇ ਹਨ। ਦਿੱਲੀ ਮੈਂ ਕਿਸ ਨੇ ਅਰਪਾਏ, ਦਿੱਲੀ ਦੇ ਵਿੱਚ ਨਹੀਂ ਕਿਸੇ ਨੂੰ ਵੀ ਜਾ ਕਰਕੇ ਅਰਪਣ ਕਰਦੇ। ਕਿ ਆਪਣੇ ਸਦਨ ਸਿਧਾਰੇ, ਕਈ ਤਾਂ ਕਹਿੰਦੇ ਆਪਣੇ ਘਰਾਂ ਨੂੰ ਵਾਪਸ ਚਲੇ ਗਏ ਸਿੱਖ। ਸਤਿਗੁਰ ਕੌਣ ਨ ਨਿਰਣੈ ਧਾਰੇ, ਕਿਉਂਕਿ ਕੌਣ ਸਤਿਗੁਰੂ ਹੈ? ਹੁਣ ਗੁਰੂ ਹਰਿਕ੍ਰਿਸ਼ਨ ਸਾਹਿਬ ਦੇ ਥਾਂ ਤੇ ਤਖਤ ਤੇ ਕੌਣ ਬੈਠੇ ਨੇ? ਇਹ ਨਿਰਣਾ ਨਹੀਂ ਸੰਗਤ ਕੋ ਹੋ ਰਿਹਾ, ਇਹ ਸੰਗਤ ਨਿਰਣੇ ਤੇ ਨਹੀਂ ਪਹੁੰਚ ਰਹੀ। ਚਿਤ ਸੁਣੇ ਬਕਾਲੇ ਮਾਹੇ, ਕਈ ਤਾਂ ਘਰਾਂ ਨੂੰ ਚਲੇ ਗਏ ਤੇ ਕਈ ਸੁਣਦੇ ਨੇ ਵੀ ਮਹਾਰਾਜ ਨੇ ਕਿਹਾ ਸੀ ਵੀ ਬਾਬਾ ਬੱਸੇ ਜੇ ਗ੍ਰਾਮ ਬਕਾਲੇ, ਵੀ ਬਕਾਲੇ ਨਗਰ ਦੇ ਵਿੱਚ ਹੈ ਜੋ ਸਾਡੇ ਥਾਂ ਦੇ ਗੁਰੂ ਹਨ। ਭੋਜਨ ਹੇਤ ਤਾਂ ਚਲ ਜਾਹੇ, ਤੇ ਕਈ ਫਿਰ ਉਦਮ ਕਰਦੇ ਨੇ ਸੇਖੋ ਦਿੱਲੀ ਤੋਂ ਚੱਲ ਕੇ, ਤੇ ਇਹ ਹੁਣ ਜੋ ਬਾਬਾ ਬਕਾਲਾ ਸਾਹਿਬ ਨਗਰ ਹੈ ਇਹਦਾ ਨਾਮ ਬਕਾਲਾ ਹੀ ਸੀ ਉਦੋਂ, ਉਹ ਬਕਾਲੇ ਨਗਰ ਦੇ ਵਿੱਚ ਗੁਰੂ ਦੀ ਖੋਜ ਕਰਨ ਵਾਸਤੇ ਚੱਲ ਕੇ ਜਾਹੇ ਲਿਖਿਆ ਹੈ, ਕਿਉਂਕਿ ਵੀ ਉੱਥੇ ਜਾਂਦੇ ਹਨ ਦਿੱਲੀ ਤੋਂ। ਹੁਣ ਆਪਾਂ ਇੱਥੇ ਕਥਾ ਕਰ ਰਹੇ ਹਾਂ, ਆਪਾਂ ਤਾਂ ਇਹੀ ਕਹਾਂਗੇ ਵੀ ਇੱਥੇ ਖੋਜਣ ਵਾਸਤੇ ਮਹਾਰਾਜ ਸਾਹਿਬ ਨੂੰ ਆਉਂਦੇ ਸਨ। ਸਭ ਸੋਢਨ ਵਿਖੇ ਬਿਦਤਾਈ, ਇਹ ਗੱਲ ਜੋ ਗੁਰਾਂ ਨੇ ਕਹੀ ਸੀ ਉਹ ਸਾਰੇ ਸੋਢੀਆਂ ਦੇ ਵਿੱਚ ਵੀ ਪ੍ਰਗਟ ਹੋ ਗਈ ਵੀ ਸਤਿਗੁਰਾਂ ਨੇ ਕਿਹਾ ਵੀ ਸਾਡੇ ਥਾਂ ਤੇ ਜੋ ਗੁਰੂ ਹੈ ਉਹ ਬਕਾਲੇ ਨਗਰ ਦੇ ਵਿੱਚ ਵਸਦਾ ਏ। ਸ੍ਰੀ ਹਰਿਕ੍ਰਿਸ਼ਨ ਗਿਰਾ ਮੰਗਾਈ, ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਨੇ ਆਪਣੇ ਮੁਖੋਂ ਏਦਾਂ ਬਚਨ ਕਹਿ ਕੇ ਮੱਥਾ ਟੇਕਿਆ, 5 ਪੈਸੇ ਲਲੇਰ ਰੱਖ ਕਰਕੇ ਗੁਰੂ ਬਕਾਲੇ ਮਹਿ ਬਿਦਤਾਵੇ, ਤੇ ਸਾਰਿਆਂ ਗੱਲ ਵਿੱਚ ਸਾਰੀਆਂ ਸੰਗਤਾਂ 'ਚ ਸੋਢੀਆਂ 'ਚ ਵੀ ਗੱਲ ਪ੍ਰਗਟ ਹੋ ਗਈ ਵੀ ਜੋ ਗੁਰੂ ਹੈ 9ਵੇਂ ਪਾਤਸ਼ਾਹ ਬਕਾਲੇ ਨਗਰ ਵਿੱਚ ਹਨ। ਸੰਗਤ ਚਲੀ ਹਜ਼ਾਰੋਂ ਆਵੇ, ਇਹ ਸੁਣ ਕੇ ਹੁਣ ਹਜ਼ਾਰਾਂ ਦੀ ਗਿਣਤੀ ਵਿੱਚ ਸਿੱਖ ਸੰਗਤਾਂ ਇੱਥੇ ਚੱਲੀਆਂ ਆ ਰਹੀਆਂ ਹਨ। ਲੱਗਦੀ ਰਗ ਸੋਢੀ ਜਹ ਕਹਾਂ, ਤੇ ਉਧਰ ਜਿਹੜੇ ਸੋਢੀ ਹਨ ਸਾਧ ਸੰਗਤ, ਭਾਵੇਂ ਕੋਈ ਛੋਟਾ ਹੈ ਭਾਵੇਂ ਕੋਈ ਵੱਡਾ ਹੈ, ਸਭ ਸੋਢੀ ਜਿੱਥੇ ਕਿੱਥੇ ਰਹਿੰਦੇ, ਕੋਈ ਅੰਮ੍ਰਿਤਸਰ ਸਾਹਿਬ ਰਹਿ ਰਿਹਾ ਸੀ, ਕੋਈ ਕਰਤਾਰਪੁਰ, ਕੋਈ ਕੀਰਤਪੁਰ, ਜਾਂ ਕੋਈ ਕੋਠਾ ਗੁਰੂ ਮਾਲਵੇ ਦੇ ਵਿੱਚ, ਜਿੱਥੇ ਕਿੱਥੇ ਵੀ ਕੋਈ ਛੋਟੇ ਵੱਡੇ ਸੋਢੀ ਰਹਿੰਦੇ ਸਨ। ਹੀਨ ਸਬਾਸ ਜਾਏ ਕਰਤਾ, ਉਹਨਾਂ ਸਾਰਿਆਂ ਨੇ ਕਵੀ ਜੀ ਕਹਿੰਦੇ ਉੱਥੇ ਜਾ ਕੇ ਵਾਸਾ ਕਰ ਲਿਆ, ਭਾਵੇਂ ਇੱਥੇ ਬਾਬੇ ਬਕਾਲੇ ਸਾਹਿਬ ਦੀ ਧਰਤੀ ਤੇ ਹੀ ਆ ਕਰਕੇ ਸਾਰੇ ਸੋਢੀ ਵਸਣ ਲੱਗ ਪਏ। ਵੀ ਜੇ ਗੁਰੂ ਹਰਿਕ੍ਰਿਸ਼ਨ ਸਾਹਿਬ ਨੇ ਕਿਹਾ ਹੈ ਵੀ ਗੁਰੂ ਬਕਾਲੇ ਵਿੱਚ ਹੈ ਤਾਂ ਸਾਰੇ ਗੁਰੂ ਬਣਨ ਵਾਸਤੇ ਇੱਥੇ ਆ ਪਹੁੰਚੇ। ਨਰਬ ਲੋਭ ਤੇ ਉਰ ਗਰਮਾਏ, ਧਨ ਦਾ ਹੀ ਬਸ ਲੋਭ ਲਾਲਚ ਹੈ, ਹੋਰ ਕੋਈ ਨਹੀਂ। ਬਸ ਇਹਨਾਂ ਨੂੰ ਇਹੀ ਪਤਾ ਵੀ ਸੰਗਤ ਪੈਸੇ ਲਿਆਉਂਦੀ ਹੈ, ਸੰਗਤ ਵਸਤੂਆਂ ਲਿਆਉਂਦੀ ਹੈ, ਭੇਟਾ ਲਿਆਉਂਦੀ ਹੈ, ਵੀ ਉਹ ਸਾਂਭਣੀ ਹੈ। ਇਸੇ ਲੋਭ ਲਾਲਚ ਦੇ ਵਿੱਚ ਇਹਨਾਂ ਦੇ ਉਰ ਬਰਮਾਏ ਗਏ, ਭਰਮ ਗਏ। ਪਤਾ ਵੀ ਹੈ ਵੀ ਅਸੀਂ ਯੋਗ ਹੀ ਨਹੀਂ ਹੈ, ਸਾਨੂੰ ਮਹਾਰਾਜ ਨੇ ਗੁਰੂ ਕਿੱਥੇ ਬਣਾਉਣਾ ਸੀ, ਪਰ ਫੇਰ ਵੀ ਸੰਗਤਾਂ ਨੂੰ ਲੁੱਟਣ ਵਾਸਤੇ ਬਾਬਾ ਬਕਾਲਾ ਸਾਹਿਬ ਵਿੱਚ ਆ ਗਏ ਸਾਰੇ। ਗੁਰ ਬਨ ਜਾਏ ਬਕਾਲੇ ਆਏ, ਕਹਿੰਦੇ ਵੀ ਬਸ ਜਿਹੜਾ ਵੀ ਬਕਾਲੇ ਨਗਰ ਦੇ ਵਿੱਚ ਆਉਂਦਾ ਹੈ ਸੋਢੀ, ਉਹ ਬਸ ਕਹਿੰਦਾ ਮੈਂ ਹੀ ਗੁਰੂ ਹਾਂ, ਮੇਰੀ ਹੋਈ ਪੂਜਾ ਕਰੋ, ਗੁਰੂ ਬਣ ਬੈਠ ਗਏ। ਹਰਖ ਕਰਤ ਬਹੁ ਬਾਤ ਬਣਾਵੇ, ਇਹ ਬੜੇ ਖੁਸ਼ ਹੁੰਦੇ ਨੇ ਸੋਢੀ, ਮਿਲ ਕੇ ਬਹੁਤੀਆਂ ਗੱਲਾਂ ਬਾਤਾਂ ਬਣਾਉਂਦੇ ਨੇ ਵੀ ਬਸ ਬਕਾਲੇ ਨਗਰ ਜਾਣ ਦੀ ਹੋਈ ਦੇਰ ਹੈ, ਉੱਥੇ ਜਾਂਦੇ ਹੀ ਅਸੀਂ ਗੁਰੂ ਬਣ ਜਾਵਾਂਗੇ। ਬਸੰਤਨ ਕੋ ਅਪਣਾਵੇ, ਇਹ ਸਲਾਹਾਂ ਆਪਸ ਵਿੱਚ ਕੀ ਕਰਦੇ ਹਨ ਵੀ ਸਾਰੀ ਕਾਰ ਭੇਟਾ ਦਾ ਮਸਾਂਦੀ ਲੈ ਕੇ ਆਉਂਦੇ ਨੇ ਨਾ, ਗੁਰੂ ਘਰ ਦੀ ਮਾਇਆ ਦਾ ਮਸਾਂਦੀ ਸਾਂਭਦੇ ਨੇ, ਸੰਗਤ ਨਾਲ ਸਾਂਝ ਇਹਨਾਂ ਦੀ ਹੋਈ ਹੈ। ਤੇ ਕਹਿੰਦੇ ਆਪਾਂ ਸਾਰੇ ਮਸੰਦਾਂ ਨੂੰ ਅਪਣਾ ਲਵਾਂਗੇ। ਹਰ ਕੋਈ ਇਹ ਸਲਾਹ ਕਰਦਾ ਇਹ ਵੀ ਭਾਵ ਕਿ ਆਪਣੇ ਪੱਖ ਦੇ ਕਰ ਲਾਂਗੇ। ਮਸੰਦਾਂ ਨੂੰ ਕਹਾਂਗੇ ਵੀ ਤੁਸੀਂ ਸਾਡੀ ਹਮਾਇਤ ਕਰੋ, ਸਾਡਾ ਪ੍ਰਚਾਰ ਕਰੋ, ਸਾਨੂੰ ਗੁਰੂ ਬਣਾ ਦੇਣਾ ਕਰੋ। ਤੇ ਇਸ ਤਰ੍ਹਾਂ ਸਾਧ ਸੰਗਤ ਫਿਰ ਮਸੰਦਾਂ ਨੂੰ ਆਪਣੇ ਵੱਲ ਕਰਨ ਵਾਸਤੇ ਜਿਹੜੇ ਸੋਢੀ ਨਕਲੀ ਗੁਰੂ ਬਣ ਕੇ ਬੈਠੇ ਬਕਾਲੇ ਨਗਰ ਵਿੱਚ ਆ ਕੇ ਅਨੇਕਾਂ ਤਰ੍ਹਾਂ ਦੀਆਂ ਜਿਹੜਾ ਪਹਿਲਾਂ ਉਹਨਾਂ ਕੋਲ ਪੈਸਾ ਹੈ ਉਹ ਖਰਚ ਕੇ ਮਹਿੰਗੀਆਂ
ਪੁਸ਼ਾਕਾਂ ਦਿੰਦੇ ਹਨ, ਵਸਤਰ ਦਿੰਦੇ ਨੇ ਵੀ ਮਸੰਦ ਸਾਡੇ ਤੇ ਖੁਸ਼ ਹੋ ਜਾਣ। ਜਿਉ ਕਿਉ ਕਰ ਬੁਲਵਾਏ ਨਕੇਤ, ਜਿਵੇਂ ਕਿਵੇਂ ਕਰਕੇ ਮਸੰਦਾਂ ਨੂੰ ਆਪਣੇ ਘਰ ਦੇ ਵਿੱਚ ਸੱਦਦੇ ਨੇ ਵੀ ਸਾਡੇ ਕੋਲ ਆ ਕੇ ਘਰਾਂ ਮਿਲੋ, ਸਾਡੇ ਨਾਲ ਮੀਟਿੰਗ ਕਰੋ। ਨਰਬ ਦੇਣ ਕੋ ਕਹਿ ਵਿਸਾਲਾ, ਤੇ ਫਿਰ ਇਸ ਤਰ੍ਹਾਂ ਸੋਢੀ ਮਸੰਦਾਂ ਨਾਲ ਗੱਲ ਚਲਾਉਂਦੇ ਨੇ ਵੀ ਜੇ ਤੁਸੀਂ ਸਾਨੂੰ ਗੁਰੂ ਕਰਕੇ ਸੰਗਤਾਂ 'ਚ ਪ੍ਰਚਾਰੋ ਨਾ, ਕਿਉਂਕਿ ਸੰਗਤ ਤੁਹਾਨੂੰ ਜਾਣਦੀ ਹੈ, ਤੁਸੀਂ ਭੇਟਾ ਲਿਆਉਂਦੇ ਰਹੇ ਹੋ, ਤੇ ਜੇ ਤੁਸੀਂ ਕਹੋ ਨਾ ਵੀ ਆਹ ਸੋਢੀ ਗੁਰੂ ਹੈ ਤਾਂ ਤੁਹਾਨੂੰ ਬਹੁਤਾ ਧਨ ਅਸੀਂ ਦੇਵਾਂਗੇ। ਮਨ ਹੈ ਦੀਨ ਤਿਨ ਅਗਰ ਘੁਟਾਲਾ, ਕਹਿੰਦੇ ਖੋਟੇ ਹੀ ਕੰਮ ਕਰਦੇ, ਪੁੱਠੀ ਚਾਲ ਵਿੱਚ ਚੱਲਦਿਆਂ ਹੋਇਆਂ ਸੋਢੀਆਂ ਨੇ ਕੀ ਕੀਤਾ ਵੀ ਮਸੰਦਾਂ ਦੇ ਅੱਗੇ ਦੀਨ ਬਣ ਕੇ ਉਹਨਾਂ ਦੇ ਤਰਲੇ ਹੀ ਕੱਢਣ ਲੱਗ ਪਏ। ਮਮ ਮਹਿਮਾ ਕਹੁ ਸੰਗਤ ਮਾਹੇ, ਜਿਵੇਂ ਬਹੁਤੀ ਸੰਗਤ ਨੂੰ ਤੇ ਪਤਾ ਹੀ ਹੈ ਮਸੰਦਾਂ ਦਾ। ਸਾਧ ਸੰਗਤ ਗੁਰੂ ਸਾਹਿਬ ਜੀ ਦੇ ਵੇਲੇ ਕੌਦਾ ਹੁੰਦਾ ਸੀ ਮਸੰਦ, ਉਹ ਸਾਰੀ ਹੀ ਕਾਰ ਭੇਟਾ ਮਹਾਰਾਜ ਦੇ ਵੇਲੇ ਜੋ ਕਾਰ ਮੁਖਤਿਆਰ ਜੋ ਦੂਰੋਂ ਦੂਰੋਂ ਸਭ ਸੰਗਤਾਂ ਦਾ ਦਸਵੰਧ ਲਿਆ ਕੇ ਗੁਰੂ ਸਾਹਿਬ ਤੀਕਰ ਪਹੁੰਚਾਉਂਦੇ ਸਨ, ਉਹਨਾਂ ਨੂੰ ਮਸੰਦ ਕਹਿੰਦੇ ਸਨ। ਭਾਵ ਕਿ ਹੈ ਗੁਰੂ ਘਰ ਦੇ ਪ੍ਰਚਾਰਕ ਹੀ ਸੀ। 10ਵੇਂ ਪਾਤਸ਼ਾਹ ਵੇਲੇ ਵਿਗੜ ਗਏ ਤਾਂ ਮਹਾਰਾਜ ਨੇ ਮਸੰਦ ਪ੍ਰਥਾ ਹੀ ਬੰਦ ਕਰ ਦਿੱਤੀ। ਸੋ ਇਸ ਤਰ੍ਹਾਂ ਇਹ ਸੋਢੀ ਉਹਨਾਂ ਮਸੰਦਾਂ ਦੇ ਤਰਲੇ ਕੱਢਦੇ ਨੇ। ਮਸੰਦ ਤੋਂ ਭਾਵ ਮਨਸਦ, ਜਿਹਨੂੰ ਅਹੁਦਾ ਦਿੱਤਾ ਹੈ ਮਹਾਰਾਜ ਨੇ, ਜਿਹਨੂੰ ਗੁਰੂ ਘਰ ਵੱਲੋਂ ਕੋਈ ਵਿਸ਼ੇਸ਼ ਤੌਰ 'ਤੇ ਅਖਤਿਆਰ ਮਿਲਿਆ ਹੈ, ਮੁਖਤਿਆਰੀ ਮਿਲੀ ਹੈ ਵੀ ਫਲਾਣੇ ਦੇਸ਼ ਦੇ ਵਿੱਚ ਸਾਰੀ ਸਿੱਖ ਸੰਗਤ ਇਸ ਦੇ ਅਧੀਨ ਰਹੇਗੀ। ਤੇ ਜਦੋਂ ਮਸੰਦਾਂ ਦੇ ਅਧੀਨ ਸੰਗਤ ਤੋੜੀ, ਉਹਨੂੰ ਹੀ ਮਹਾਰਾਜ ਨੇ ਕਿਹਾ ਵੀ ਗੁਰ ਸੰਗਤ ਕੀਨੀ ਖਾਲਸਾ। ਖਾਲਸਾ ਹੁੰਦਾ ਹੈ ਵੀ ਜਿਹੜੀ ਬਾਦਸ਼ਾਹ ਦੇ ਸਿੱਧੇ ਕੰਟਰੋਲ ਵਿੱਚ ਹੋਵੇ। ਜਿਵੇਂ ਹੁਣ ਸਟੇਟਾਂ ਨੇ, ਪਰ ਜਿਵੇਂ ਦਿੱਲੀ ਹੈ, ਚੰਡੀਗੜ੍ਹ ਹੈ, ਹੁਣ ਕਸ਼ਮੀਰ ਸਿੱਧਾ ਉਹ ਸੈਂਟਰ ਦੇ ਅਧੀਨ ਹੈ ਨਾ, ਇਵੇਂ ਜਿਹੜਾ ਸਿੱਧਾ ਸਰਕਾਰ ਦੇ ਅਧੀਨ ਜਗ੍ਹਾ ਹੋਵੇ ਉਹਨੂੰ ਕਹਿੰਦੇ ਵੀ ਇਹ ਖਾਲਸਾ ਹੈ, ਭਾਵ ਕਿ ਸਰਕਾਰ ਦੇ ਅਧੀਨ ਹੈ। ਇਵੇਂ ਕਲਗੀਧਰ ਮਹਾਰਾਜ ਨੇ ਸਾਰੀ ਸੰਗਤ ਸਿੱਧੀ ਫਿਰ ਆਪਣੇ ਅਧੀਨ ਕੀਤੀ ਸੀ। ਵਿੱਚ ਵਾਲੇ ਜਿਹੜੇ ਵਿਚੋਲੀਏ ਬਣੇ ਫਿਰਦੇ ਸਨ ਮਸੰਦ, ਉਹ ਮਹਾਰਾਜ ਨੇ ਲਾਂਭੇ ਕਰ ਦਿੱਤੇ ਸਨ। ਖਾਲਸਾ ਮਰਿਆਦਾ ਚੱਲੀ ਸੀ ਮਸੰਦ ਪ੍ਰਥਾ ਖਤਮ ਕਰਕੇ, ਕਿਉਂਕਿ ਵਿਗੜ ਗਏ ਸਨ ਤੇ ਵਿਗਾੜੇ ਸਨ। ਸੋਢੀਆਂ ਨੇ, ਲਾਲਚੀਆਂ ਨੇ, ਧੀਰ ਮੱਲੀਆਂ ਨੇ, ਮਿਹਰਬਾਨੀਆਂ ਨੇ। ਉਹੀ ਕਥਾ ਆ ਰਹੀ ਹੈ, ਕਹਿੰਦੇ ਵੀ ਇਸ ਪ੍ਰਕਾਰ ਦੇ ਨਾਲ ਉਹਨਾਂ ਅੱਗੇ ਦੀਨ ਬਣਦੇ ਨੇ। ਜਿਹੜੇ ਸੋਢੀ ਬਾਬੇ ਬਕਾਲੇ ਵਿੱਚ ਗੱਦੀਆਂ ਲਾ ਕੇ ਬੈਠ ਗਏ, ਘਰ ਬਣਾ ਲਏ ਹਨ ਕੱਚੇ ਪੱਕੇ, ਤੇ ਇੱਥੇ ਜਿਹੜੇ ਮਸੰਦ ਨੇ ਉਹਨਾਂ ਨੂੰ ਆਪਣੇ ਕੋਲ ਸੱਦ ਕੇ ਉਹਨਾਂ ਨਾਲ ਸਲਾਹਾਂ ਕਰਦੇ ਨੇ ਵੀ ਤੂੰ ਇਉਂ ਕਰ ਵੀ ਮਮ ਮਹਿਮਾ ਕਹੋ ਸੰਗਤ ਮਾਹੇ, ਵੀ ਜਿਹੜੀ ਸੰਗਤ ਆਉਂਦੀ ਹੈ ਨਾ ਇੱਥੇ, ਉਹਨਾਂ ਦੇ ਵਿੱਚ ਸੋਢੀ ਕਹਿੰਦੇ ਵੀ ਮੇਰੀ ਤੂੰ ਮਹਿਮਾ ਕਰ, ਮੇਰੀ ਵਡਿਆਈ ਕਰ, ਸੰਗਤ ਨੂੰ ਕਹਿਣਾ ਕਰ ਵੀ ਇਹੀ ਗੁਰੂ ਹੈ। ਇਹ ਗੁਰ ਆਹੇ ਅਪਰ ਕੋ ਨਾਹੇ, ਇਸ ਤਰ੍ਹਾਂ ਸਲਾਹ ਕਰਦੇ ਆ ਵੀ ਤੂੰ ਮੇਰੇ ਬਾਬਤ ਕਹਿ ਵੀ ਇਹੀ ਗੁਰੂ ਹੈ, ਇਹਨਾਂ ਤੋਂ ਬਗੈਰ ਹੋਰ ਕੋਈ ਦੂਸਰਾ ਗੁਰੂ ਨਹੀਂ ਹੈ, ਇਹੀ ਨਵੇਂ ਪਾਤਸ਼ਾਹ ਨੇ। ਜਿਉ ਕਿਉ ਕਰ ਇਤ ਕੋ ਲੈ ਆਵੋ, ਜਿਵੇਂ ਕਿਵੇਂ ਕਰਕੇ ਸੋਢੀ ਮਸੰਦਾਂ ਨੂੰ ਕਹਿੰਦੇ ਨੇ ਸੰਗਤ ਜਿਹੜੀ ਬਾਹਰੋਂ ਆਉਂਦੀ ਆ ਦਰਸ਼ਨ ਕਰਨ ਭੇਟਾ ਲੈ ਕੇ, ਉਹਨੂੰ ਜਿਵੇਂ ਕਿਵੇਂ ਕਰਕੇ ਭਰਮਾ ਕੇ ਤੇ ਮੇਰੇ ਕੋਲ ਮੇਰੇ ਘਰ ਵਿੱਚ ਲੈ ਕੇ ਆਉਣਾ ਕਰ। ਚੜ੍ਹੇ ਜੋ ਧਨ ਆਦੋ ਤੁਮ ਪਾਵੋ, ਫਿਰ ਲਾਲਚ ਦਿੰਦੇ ਆ, ਕਹਿੰਦੇ ਜਿੰਨਾ ਚੜਾਵਾ ਮੈਨੂੰ ਚੜੂਗਾ ਨਾ, ਜਿੰਨੇ ਪੈਸੇ ਸੰਗਤ ਮੱਥਾ ਟੇਕੂਗੀ, ਅੱਧੇ ਤੇਰੇ ਦੇ ਅੱਧੇ ਅਸੀਂ ਰੱਖਾਂਗੇ। ਜੇ ਇਤਨੇ ਮਹਾਰਾਜੀ ਨਾ ਹਨ, ਤੇ ਫਿਰ ਇਹ ਤੋਂ ਅੱਗੇ ਹੋਰ ਵੇਖਦੇ ਆ ਵੀ ਇਹ ਮਸੰਦ ਤਾਂ ਜਿਹੜਾ ਹੈ ਹਾਮੀ ਨਹੀਂ ਭਰਦਾ, ਤਾਂ ਉਹ ਅੱਗੋਂ ਫਿਰ ਸੋਢੀ ਕਹਿੰਦੇ ਵੀ ਜੇ ਤੂੰ ਅੱਧੋ ਅੱਧ ਦੇ ਵਿੱਚ ਵੀ ਖੁਸ਼ ਨਹੀਂ ਹੈ, ਵੀ ਜੇ ਤੈਨੂੰ ਇਹ ਹੈ ਵੀ ਅੱਧੋ ਅੱਧ ਵੀ ਮੈਂ ਨਹੀਂ ਕਰਨਾ, ਸਭ ਤੁਮ ਲੇਹੋ ਹਮੇ ਕਛ ਚਾਹਨਾ, ਬਸ ਫਿਰ ਏਦਾਂ ਵੀ ਜਿੰਨਾ ਚੜਾਵੇ ਤੂੰ ਸਾਰਾ ਹੀ ਲੈ ਲਈ, ਸਾਨੂੰ ਕੋਈ ਚਾਹਨਾ ਨਹੀਂ ਹੈ, ਬਸ ਗੁਰੂ ਬਣਾ ਦੇ ਕਰਾਂ। ਵੀ ਗੁਰੂ ਪ੍ਰਗਟ ਕਰਦੇ ਸੰਗਤ ਵਿੱਚ ਵੀ ਆਹੀ ਸੋਢੀ ਗੁਰੂ ਹੈ, ਹੋਰ ਕੋਈ ਗੁਰੂ ਨਹੀਂ ਹੈ। ਕਹਿੰਦਾ ਵੀ ਚੜਾਵਾ ਵੀ ਭਾਵੇਂ ਸਾਰਾ ਤੂੰ ਹੀ ਸਾਂਭ ਲਵੇਂ, ਜੋ ਨਿਜ ਕਰਤੇ ਦੇਵਨ ਕਰੋ। ਤੇ ਸਾਧ ਸੰਗਤ ਇੰਨੇ ਸੋਢੀ ਦੀਨ ਮਨੇ ਹੋ ਗਏ ਲਾਲਚ ਵਿੱਚ, ਮਸੰਦਾਂ ਨੂੰ ਕਹਿੰਦੇ ਨੇ ਚੜਾਵਾ ਸਾਰਾ ਤੁਸੀਂ ਸਾਂਭਿਓ, ਬਸ ਇੰਨਾ ਹੀ ਹੈ ਵੀ ਜੋ ਤੁਸੀਂ ਆਪਣੇ ਹੱਥੋਂ ਮੈਨੂੰ ਆਪ ਦੇਣਾ ਚਾਹੋ ਕੋਈ ਹਿੱਸਾ, ਸੋ ਹਮ ਵਰਤੇਂਗੇ ਨਿਜ ਘਰੇ, ਤਾਂ ਆਪਣੇ ਘਰ ਵਿੱਚ ਗੁਜ਼ਾਰਾ ਕਰਨ ਦੇ ਲਈ ਉਹੀ ਵਰਤ ਵਰਤਾ ਲਵਾਂਗੇ ਜਿਹੜਾ ਥੋੜਾ ਬਹੁਤ ਕੋਈ ਦੇਣਾ ਹੈ ਸੰਗਤ ਦੀ ਦਸਵੰਧ ਦੀ ਰਕਮ ਚੋਂ ਹਿੱਸਾ, ਤਾਂ ਵੀ ਠੀਕ ਆ, ਜੇ ਨਹੀਂ ਵੀ ਦੇਵੋਗੇ ਤਾਂ ਵੀ ਅਸੀਂ ਖੁਸ਼ ਹਾਂ।
ਬਸ ਇੰਨਾ ਹੀ ਹੈ ਵੀ ਗੁਰੂ ਬਣਾ ਦੇ ਇੱਕ ਵਾਰਾਂ। ਬਨੇ ਬਸੰਦਨ ਕੇਰ ਅਧੀਨ। ਇਸ ਤਰ੍ਹਾਂ ਸਾਧ ਸੰਗਤ ਜੀ ਜਿਹੜੇ ਸੋਢੀ ਮੰਜੀਆਂ ਲਾ ਕੇ ਬਾਬਾ ਬਕਾਲਾ ਸਾਹਿਬ ਵਿੱਚ ਬੈਠ ਗਏ, ਇਹ ਮਸੰਦਾਂ ਦੇ ਅਧੀਨ ਹੋ ਗਏ। ਕਹਿ ਇਤ ਆਦ ਬਾਕ ਹੋਏ ਦੀਨ। ਸੋ ਕਿੱਥੇ ਆ ਫਿਰ ਪੜਿਆ, ਕਹਿ ਇਤ ਆਦ ਬਾਕ ਹੋਏ ਦੀਨ। ਇਹ ਤੇ ਆਦਤ ਕਵੀ ਜੀ ਕਹਿੰਦੇ ਬਚਨ ਹੋਰ ਵੀ ਕਈ ਕਹਿੰਦੇ ਨੇ, ਜਿਨ੍ਹਾਂ ਜੋ ਕੁਝ ਕੀ ਦੱਸੇ ਬੜੇ ਦੀਨ ਹੋ ਕੇ ਬੜੇ ਤਰਲੇ ਕੱਢਦੇ ਹਨ। ਕਰੇ ਜਤਨ ਗਨ ਕੋ ਇਸ ਰੀਤ। ਬਹੁਤ ਯਤਨ ਕਰਦੇ ਹਨ ਆਪਣੇ ਆਪ ਨੂੰ ਗੁਰੂ ਬਣਾਉਣ ਦੇ ਵਾਸਤੇ। ਬਣਨ ਗੁਰੂ ਹਰਕਤ ਚਹ ਚੀਤ। ਗੁਰੂ ਬਣਨ ਵਾਸਤੇ ਚਿੱਤ ਵਿੱਚ ਬੜੇ ਖੁਸ਼ ਹੁੰਦੇ ਨੇ। ਸੋਢੀ ਜਿਹੜੇ ਮੰਜੀਆਂ ਲਾ ਕੇ ਬੈਠੇ ਆ ਵੀ ਜੇ ਇੱਕ ਵਾਰ ਸੰਗਤ ਵਿੱਚ ਅਸੀਂ ਕਦੇ ਗੁਰੂ ਦੇ ਰੂਪ ਵਿੱਚ ਪ੍ਰਗਟ ਹੋ ਜਾਈਏ, ਸੰਗਤ ਨੂੰ ਭਰੋਸਾ ਹੋ ਜਾਏ ਵੀ ਇਹੀ ਗੁਰੂ ਹੈ, ਤਾਂ ਕਹਿੰਦੇ ਬਸ ਫੇਰ ਤਾਂ ਵਾਰੇ ਨਿਆਰੇ ਆ, ਕੁਲਾਂ ਤਰ ਜਾਣਗੀਆਂ। ਇਸ ਤਰ੍ਹਾਂ ਬਹੁਤ ਚਿੱਤ ਵਿੱਚ ਖੁਸ਼ ਹੁੰਦੇ ਹਨ। ਖਰਚੇ ਦਰਬ ਜੋ ਪੂਰਬ ਘਰ ਕੇ। ਤੇ ਜਿਹੜੇ ਪਹਿਲਾਂ ਘਰ ਦੇ ਵਿੱਚ ਕੋਈ ਪਦਾਰਥ ਹੈਗੇ ਸਨ, ਜੋ ਮਾਇਆ ਹੈਗੀ ਸੀ, ਉਹ ਧਨ ਨੂੰ ਖਰਚਦੇ ਹਨ। ਦਾਤ ਆਦ ਪਟ ਵਸਤੂ ਵਰਕੇ। ਉਹਨਾਂ ਪੈਸਿਆਂ ਦੇ ਵਿੱਚੋਂ ਕੋਈ ਕੱਪੜਾ ਚੰਗਾ ਲੈ ਕੇ, ਕੋਈ ਸੋਹਣੀ ਵਸਤੂ ਲੈ ਕਰਕੇ, ਹੋਰ ਕੋਈ ਦਾਤ ਮਸੰਦਾਂ ਨੂੰ ਭੇਟਾ ਕਰਦੇ ਨੇ ਵੀ ਮਸੰਦ ਖੁਸ਼ ਹੋ ਜਾਣ ਤੇ ਸਾਡੇ ਵੱਲ ਦੇ ਹੋ ਜਾਣ। ਦੀਨ ਪਏ ਸੋਢੀ ਇਮ ਜਬ। ਇਸ ਤਰ੍ਹਾਂ ਸਾਧ ਸੰਗਤ ਜੀ ਸੋਢੀ ਲੋਭ ਲਾਲਚ ਵਿੱਚ ਆ ਕੇ ਬਹੁਤ ਦੀਨ ਹੋ ਗਏ ਮਸੰਦਾਂ ਦੇ। ਗਲਬੇ ਬਹੁ ਮਸੰਦ ਗਨ ਤਬ। ਬਸ ਫਿਰ ਉਸ ਵੇਲੇ ਕੀ ਸੀ ਵੀ ਮਸੰਦ ਵੀ ਬੜੇ ਗਰਬ ਗਏ, ਬਹੁਤ ਹੰਕਾਰੀ ਹੋ ਗਏ, ਆਫਰ ਗਏ। ਨਿਸ਼ਚੈ ਕਰ ਜਾਣੇ ਇਮ ਗਾਥਾ। ਉਹਨਾਂ ਨੂੰ ਭਰੋਸਾ ਹੋ ਗਿਆ ਤੇ ਮਸੰਦ ਇਸ ਤਰ੍ਹਾਂ ਆਪਸ ਵਿੱਚ ਜਾਣ ਗਏ, ਸਾਰੇ ਸੋਢੀਆਂ ਨੂੰ ਦੀਨ ਹੋਏ ਵੇਖ ਕਰਕੇ। ਗੁਰੂ ਬਣਾਵਨ ਹਮਰੇ ਹੱਥ। ਕਹਿੰਦੇ ਵੀ ਆਹ ਤਾਂ ਗੱਲ ਹੀ ਬੜੀ ਸੌਖੀ ਹੈ, ਗੁਰੂ ਕਿਹਨੂੰ ਬਣਾਉਣਾ, ਇਹ ਤਾਂ ਸਾਰਾ ਕੁਝ ਸਾਡੇ ਹੱਥ ਵਾਸੀ, ਅਸੀਂ ਜਿਹਨੂੰ ਚਾਹੀਏ ਉਹਨੂੰ ਗੁਰੂ ਕਰ ਦਈਏ। ਗੁਰ ਕੇ ਸੁਤ ਪੋਤੇ ਬਹੁ ਨਾਤੀ। ਆ ਵੇਖੋ ਬਾਬੇ ਬਕਾਲੇ ਦੇ ਵਿੱਚ ਗੁਰੂ ਘਰ ਦੇ ਵਿੱਚੋਂ ਗੁਰੂ ਦੇ ਪੁੱਤਰ ਪੋਤਰੇ ਅਤੇ ਹੋਰ ਨਾਤੀ ਆਦਿਕ ਕਿੰਨੇ ਕਹਿੰਦੇ ਵੀ ਸੋਢੀ ਆ ਕੇ ਬਕਾਲੇ ਨਗਰ ਵਿੱਚ ਸਾਡੇ ਤਰਲੇ ਕੱਢ ਰਹੇ ਹਨ। ਜੋ ਅਨੁਸਾਰ ਰਹੇ ਸਭ ਭਾਂਤੀ। ਜਿਹੜੇ ਸਭ ਤਰ੍ਹਾਂ ਕਰਕੇ ਸਾਡੇ ਅਨੁਸਾਰੀ ਰਹਿਣਗੇ। ਹੁਣ ਇਹਨਾਂ ਵੀ ਸਲਾਹ ਬਣਾ ਲਈ ਵੀ ਜੇ ਸਾਡੇ ਕਿਹਾ ਹੀ ਸੰਗਤ ਗੁਰੂ ਮੰਨੇਗੀ, ਸੋਢੀ ਤਰਲੇ ਕੱਢਦੇ ਹਨ, ਤਾਂ ਸੋਢੀਆਂ ਦੀ ਇਹ ਤਰਲੇ ਵੇਖ ਕਰਕੇ ਮਸੰਦਾਂ ਨੇ ਵੀ ਆਪਸ ਵਿੱਚ ਸਲਾਹ ਬਣਾ ਲਈ ਵੀ ਜਿਹੜਾ ਤੇ ਸਾਡੇ ਅਨੁਸਾਰੀ ਰਹੂਗਾ, ਜਿਹੜਾ ਤੇ ਸਾਡੀ ਆਗਿਆ ਮੰਨੇਗਾ, ਤਿਹ ਟਿਕ ਸੰਗਤ ਕੋ ਲੈ ਜਾ। ਕਹਿੰਦੇ ਉਹਦੇ ਕੋਲ ਤੇ ਅਸੀਂ ਸੰਗਤ ਨੂੰ ਲੈ ਜਾ ਕਰਾਂਗੇ ਵੀ ਇਹੀ ਗੁਰੂ ਹੈ, ਵੀ ਇਹਨੂੰ ਹੀ ਤੁਸੀਂ ਮੱਥਾ ਟੇਕੋ। ਅਕੋਰਨ ਕੋ ਅਰਪੇ ਹੈ। ਜੋ ਵੀ ਧਨ ਲਿਆਉਣਗੇ ਸੰਗਤ ਦਸਵੰਧ ਦਾ, ਕੋਈ ਭੇਟਾ, ਕੋਈ ਕੀਮਤੀ ਵਸਤੂ, ਕੋਈ ਗਹਿਣੇ, ਇਹ ਉਸੇ ਦੇ ਕੋਲ ਹੀ ਕਹਿੰਦੇ ਅਰਪਣ ਕਰਾ ਦਿਆ ਕਰਾਂਗੇ, ਜਿਹੜਾ ਤੇ ਸਾਡੇ ਅਨੁਸਾਰੀ ਰਹੇਗਾ। ਜਿਸ ਕੋ ਨਹਿ ਦੇਖੇ ਅਨੁਸਾਰੀ। ਕਹਿੰਦੇ ਆਹ ਗੱਲ ਹੀ ਬੜੀ ਸੌਖੀ ਹੈ, ਜਿਹਨੂੰ ਵੇਖਾਂਗੇ ਵੀ ਇਹ ਸਾਡੇ ਅਨੁਸਾਰੀ ਨਹੀਂ ਹੈ, ਇਹ ਸਾਡੇ ਤੋਂ ਬਾਹਰ ਜਿਹਾ ਸੋਢੀ ਜਾ ਰਿਹਾ ਹੈ, ਆਪਣੇ ਆਪ ਗੁਰੂ ਬਣ ਬੈਠਦਾ ਏ। ਜਿਸ ਤੇ ਕਰੇ ਹਟਾਵਨ ਸਾਰੀ। ਕਹਿੰਦੇ ਉਹਦੇ ਵੱਲ ਜੇ ਕੋਈ ਮੱਥਾ ਟੇਕਣ ਜਾਵੇਗਾ ਵੀ ਸੰਗਤ ਦਾ ਬੰਦਾ, ਤਾਂ ਉਹ ਵੀ ਅਸੀਂ ਹਟਾ ਦਾਂਗੇ ਵੀ ਇਹ ਤੁਸੀਂ ਪਖੰਡੀ ਵੱਲ ਕਿੱਧਰ ਜਾ ਰਹੇ ਹੋ, ਸੱਚਾ ਗੁਰੂ ਤੇ ਆਹ ਹੈ। ਬੈਠੇ ਰਹੇ ਕਛੂ ਨਹਿ ਸਾਰੇ। ਆ ਫਿਰ ਕਹਿੰਦੇ ਬੈਠਾ ਰਹੂਗਾ, ਉਹਦੇ ਕੋਲ ਕੁਝ ਆਪਣੇ ਆਪ ਸਰ ਨਹੀਂ ਸਕਦਾ। ਇਹਨਾਂ ਮਸੰਦਾਂ ਨੂੰ ਹੰਕਾਰ ਹੋ ਗਿਆ ਵੀ ਅਸੀਂ ਜਿਹਨੂੰ ਚਾਹੀਏ ਗੁਰੂ ਬਣਾ ਸਕਦੇ ਹਾਂ, ਜਿਹਨੂੰ ਚਾਹੀਏ ਤੇ ਹਟਾ ਸਕਦੇ ਹਾਂ। ਸਭ ਸੋਢੀ ਹਮ ਤੇ ਤਬ ਡਰੇ। ਤੇ ਮਸੰਦ ਕਹਿੰਦੇ ਜਦੋਂ ਇਸ ਤਰ੍ਹਾਂ ਗੱਲ ਬਣ ਗਈ, ਫਿਰ ਸਾਰੇ ਸੋਢੀ ਵੀ ਸਾਡੇ ਕੋਲ ਡਰ ਡਰ ਕੇ ਰਿਹਾ ਕਰਨਗੇ ਵੀ ਕਿਤੇ ਇਹ ਨਾ ਹੋਵੇ ਵੀ ਮਸੰਦ ਸਾਡੇ ਉਲਟ ਹੋ ਜਾਣ ਤੇ ਸਾਨੂੰ ਇਹ ਸੰਗਤ ਦੇ ਮੇਲ ਮਿਲਾਪ ਵੱਲੋਂ ਰੋਕ ਹੀ ਦੇਣ। ਜਿਸ ਹਮ ਚਾਹੇ ਗੁਰੂ ਬਣਾਵੇ। ਕਹਿੰਦੇ ਜਿਹਨੂੰ ਅਸੀਂ ਚਾਹਾਂਗੇ ਉਹਨੂੰ ਹੀ ਗੁਰੂ ਬਣਾਵਾਂਗੇ, ਜਿਹੜਾ ਸਾਨੂੰ ਖੁਸ਼ ਰੱਖੂਗਾ, ਜਿਹੜਾ ਸਾਡੀ ਗੱਲ ਮੰਨੂਗਾ, ਜਿਹੜਾ ਸਾਡੇ ਅਨੁਸਾਰੀ ਰਹੂਗਾ, ਉਹਨੂੰ ਅਸੀਂ ਗੁਰੂ ਬਣਾ ਦੇਵਾਂਗੇ। ਬਨੇ ਗੁਰੂ ਕੋ ਤੁਰਤ ਹਟਾਵੇ। ਜਿਹੜਾ ਸਾਡੀ ਆਗਿਆ ਨਾ ਮੰਨੂਗਾ, ਸਾਡੇ ਹੁਕਮ ਤੋਂ ਉਲਟ ਚੱਲੂਗਾ, ਮਸੰਦ ਕਹਿੰਦੇ ਭਾਵੇਂ ਉਹਨੂੰ ਅਸੀਂ ਪਹਿਲਾਂ ਆਪ ਹੀ ਗੁਰੂ ਬਣਾਇਆ ਹੋਵੇ,
ਤੁਰੰਤ ਹੀ ਕਹਿੰਦੇ ਹਟਾ ਦੇਾਂਗੇ ਕਿਸੇ ਢੰਗ ਤਰੀਕੇ ਨਾਲ ਬਹਾਨਾ ਜਿਹਾ ਬਣਾ ਕੇ। ਮਿਲਹਿ ਮਸੰਦ ਪਰਸਪਰ ਕਹੇ। ਐਵੇਂ ਜਿਹੜੇ ਮਸੰਦ ਹਨ ਆਪਸ ਵਿੱਚ ਮਿਲ ਮਿਲ ਕਰਕੇ ਕਹਿੰਦੇ ਸਲਾਹਾਂ ਕਰਦੇ ਹਨ। ਇਸ ਬਿਦ ਹਮ ਆਸੀ ਆਹੇ। ਕਹਿੰਦੇ ਸਾਡੇ ਲਈ ਬਸ ਇਹੀ ਚੰਗਾ ਹੈ, ਆਪਾਂ ਸਾਰੇ ਰਲ ਮਿਲ ਕੇ ਜਿਹੜਾ ਤੇ ਆਪਣੀ ਆਗਿਆ 'ਚ ਚੱਲੇ ਉਹਨੂੰ ਗੁਰੂ ਬਣਾ ਦਈਏ, ਜਿਹੜਾ ਬੇਮੁਖ ਜਿਹਾ ਹੋਵੇ ਉਹਨੂੰ ਫੇਰ ਠਾਂ ਕਰ ਦਈਏ। ਨਮੂਨਾ ਸੋਢੀ ਕੋਏ। ਸਲਾਹ ਕਰਦੇ ਆ ਵੀ ਗੁਰੂ ਤਾਂ ਅਸਲ 'ਚ ਆਪਾਂ ਹੀ ਹੈ, ਆ ਕੋਈ ਸੋਢੀ ਨਮੂਨਾ ਜਿਹਾ ਬਣਾ ਦਾਂਗੇ। ਨਮੂਨਾ ਹੁੰਦਾ ਹੈ ਵੀ ਕੇਵਲ ਵੇਖਣ ਮਾਤਰ, ਜਿਹੜੀ ਚੀਜ਼ ਕੇਵਲ ਵੇਖਣ ਮਾਤਰ ਹੋਵੇ ਤੇ ਬਾਕੀ ਉਹਦੇ ਕੋਲ ਕੋਈ ਤਾਕਤ ਨਾ ਹੋਵੇ, ਵੀ ਇਕੱਲਾ ਆਪਣੇ ਘਰ 'ਚ ਕਹਿੰਦੇ ਉਹ ਗੁਰੂ ਬਣ ਕੇ ਬੈਠਾ ਰਹੂਗਾ। ਜੋ ਲੈਣਾ ਦੇਣਾ, ਜੋ ਵਸਤੂ ਆਉਣੀ ਜਾਣੀ, ਉਹ ਸਾਰੇ ਆਪਣੇ ਹੱਥ ਵੱਸ ਰੱਖਾਂਗੇ। ਕੋਈ ਨਾ ਕੋਈ ਸੋਢੀ ਇੱਕ ਨਮੂਨਾ ਜਿਹਾ ਕਰਕੇ ਤੇ ਗੁਰੂ ਬਣਾ ਦਾਂਗੇ ਸੰਗਤ ਨੂੰ ਵਿਖਾਉਣ ਦੇ ਲਈ। ਬੈਠਿਆ ਰਹੇ ਆਪਨ ਘਰ ਸੋਏ। ਕਹਿੰਦੇ ਬਸ ਉਹ ਆਪਣੇ ਘਰ ਵਿੱਚ ਬੈਠਾ ਰਹੇ ਤੇ ਮੱਥੇ ਟਿਕਾਈ ਜਾਵੇ। ਲੈਣ ਦੇਣ ਸਭ ਹਮਰੇ ਹੱਥ। ਬਾਕੀ ਜੋ ਲੈਣਾ ਦੇਣਾ ਹੈ, ਸੰਗਤ ਦਾ ਚੜਾਵਾ ਸਾਂਭਣਾ, ਕਿਸੇ ਨੂੰ ਸਰੋਪਾ ਦੇਣਾ, ਉਹ ਸਾਰਾ ਸਾਡੇ ਹੱਥ ਵਿੱਚ ਰਹੇਗਾ। ਸੰਚੋ ਧਨ ਭੁਗਤੋ ਸੁਖ ਸਾਥ। ਆ ਮਸੰਦ ਸਲਾਹਾਂ ਕਰਦੇ ਆ, ਬਸ ਫਿਰ ਧਨ ਇਕੱਠਾ ਕਰੀ ਜਾਓ, ਸੁਖ ਨਾਲ ਭੋਗਾਂ ਪਦਾਰਥਾਂ ਨੂੰ ਮਾਣੋ, ਐਸ਼ ਕਰੋ। ਨਿਰਭੈ ਹੋਏ ਵਿਚਰਨ ਲਾਗੇ। ਇਸ ਤਰ੍ਹਾਂ ਸਾਧ ਸੰਗਤ ਨਿਡਰ ਹੋ ਕੇ, ਜਿਹੜੇ ਮਸੰਦ ਪਹਿਲਾਂ ਡਰਦੇ ਸਨ, ਗੁਰੂ ਘਰ ਦੀ ਭੇਟਾ ਲਿਆ ਕੇ ਉਹਦੇ ਵਿੱਚੋਂ ਰਾਜ ਕੁਝ ਇੱਕ ਪੈਸਾ ਵੀ ਰੱਖਣ ਤੋਂ ਡਰਦੇ ਸਨ ਵੀ ਮਹਾਰਾਜ ਸਾਹਿਬ ਦੀ ਨਾਰਾਜ਼ਗੀ ਨਾ ਹੋ ਜੇ। ਪਰ 8ਵੇਂ ਪਾਤਸ਼ਾਹ ਦੇ ਸੱਚਖੰਡ ਜਾਣ ਤੋਂ ਬਾਅਦ ਬਹੁਤ ਨਕਲੀ ਜਦੋਂ ਬਣ ਗਏ ਤੇ ਨਿਡਰ ਹੋ ਕਰਕੇ ਵਿਚਰਨ ਲੱਗ ਪਏ। ਜਿਸ ਕੋ ਪਿਖੈ ਦੀਨ ਨਿਜ ਆਗੇ। ਕਿਉਂਕਿ ਜਿਸ ਕੋ ਪਿਖੈ ਦੀਨ ਨਿਜ ਆਗੇ, ਜਿਹੜੇ ਸੋਢੀ ਨੂੰ ਆਪਣੇ ਅੱਗੇ ਦੀਨ ਹੋਇਆ ਵੇਖਦੇ ਆ ਵੀ ਇਹ ਸਾਡੇ ਤਰਲੇ ਕੱਢਦਾ, ਸਾਡੇ ਹੱਥ ਜੋੜਦਾ। ਜਿਸ ਕੇ ਨਿਕਟ ਜਾਹੇ ਲੈ ਸੰਗਤ। ਜਿਹੜੀ ਸੰਗਤ ਕੋਈ ਬਾਹਰੋਂ ਦਰਸ਼ਨ ਕਰਨ ਆਉਂਦੀ ਹੈ, ਇਹ ਸੁਣ ਕੇ ਵੀ ਬਾਬੇ ਬਕਾਲੇ ਦੇ ਵਿੱਚ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੇ ਕਿਹਾ ਸੀ ਵੀ ਸਾਡਾ ਨਵਾਂ ਸਰੂਪ ਹੈ, ਉਹਦੇ ਦਰਸ਼ਨ ਕਰਨੇ ਆ। ਮਸੰਦ ਨਗਰ ਤੋਂ ਬਾਰ-ਬਾਰ ਹੀ ਉਹ ਸੰਗਤ ਨੂੰ ਘੇਰ ਕੇ ਉਸ ਸੋਢੀ ਦੇ ਘਰ ਲੈ ਜਾਂਦੇ ਨੇ ਜਿਹਦੇ ਨਾਲ ਉਹਨਾਂ ਦੀ ਸੈਟਿੰਗ ਹੋਈ ਹੈ। ਮਹਿਮਾ ਕਹੇ ਬੈਠ ਵਿੱਚ ਪੰਗਤ। ਤੇ ਜਦੋਂ ਸੰਗਤ ਬਹਿ ਜਾਂਦੀ ਹੈ ਨਾ, ਫੇਰ ਮਹਿਮਾ ਕਰਦੇ ਨੇ ਜੀ, ਵੇਖੋ ਇਹੀ ਸੱਚੇ ਗੁਰੂ ਹਨ। ਗੁਰੂ ਤਾਂ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੇ ਇਹਨਾਂ ਨੂੰ ਹੀ ਬਣਾਇਆ ਹੈ। ਅਬ ਇਸ ਕੇ ਟਿਕ ਹੈ ਗੁਰਿਆਈ। ਆਜੋ ਗੁਰਤਾ ਗੱਦੀ ਹੈ, ਹੁਣ ਇਹਨਾਂ ਦੇ ਪਾਸ ਹੀ ਐਵੇਂ ਮਸੰਦ ਸੰਗਤਾਂ ਨੂੰ ਬੋਲ ਬੋਲ ਕੇ ਪ੍ਰਚਾਰ ਕਰਦੇ ਹਨ। ਪੁਰਹੁ ਕਾਮਨਾ ਲਗ ਕਰ ਪਾਈ। ਇਹਨਾਂ ਦੇ ਪੈਰੀ ਕਹਿੰਦੇ ਮੱਥਾ ਟੇਕੋ ਜੀ, ਜੋ ਵੀ ਤੁਹਾਡੀ ਕਾਮਨਾ ਹੈ ਇਹੀ ਪੂਰੀ ਕਰਨਗੇ। ਮਨ ਕਰੀਤ ਕੇ ਕਰ ਉਪਦੇਸ਼। ਤੇ ਇਸ ਤਰ੍ਹਾਂ ਫਿਰ ਉਹ ਵੀ ਜਿਹੜਾ ਨਕਲੀ ਜਾਂ ਸੋਢੀ ਗੁਰੂ ਬਣ ਕੇ ਬੈਠਾ, ਉਹ ਵੀ ਮਹਾਰਾਜ ਸਾਹਿਬ ਦੀ ਰੀਸ ਕਰਦੇ ਆ, ਉਸੇ ਪ੍ਰਕਾਰ ਅਨੇਕਾਂ ਤਰ੍ਹਾਂ ਦੇ ਸੰਗਤਾਂ ਨੂੰ ਉਪਦੇਸ਼ ਦਿੰਦੇ ਹਨ। ਸਿੱਖਣ ਤੇ ਦਰਬ ਵਿਸ਼ੇਸ਼। ਤੇ ਵਿਸ਼ੇਸ਼ ਜਿੰਨਾ ਵੀ ਦਸਵੰਧ ਦਾ ਧਨ ਸਿੱਖ ਲੈ ਕੇ ਆਉਂਦੇ ਨੇ, ਆਪਣੇ ਗੁਰੂ ਨੂੰ ਮੱਥਾ ਟੇਕਣ ਆਏ ਸਨ, ਮਸੰਦ ਜਿਹੜਾ ਨਕਲੀ ਜਿਹਾ ਗੁਰੂ ਹੈ ਉਹਦੇ ਕੋਲ ਜਾ ਕੇ ਸਾਰਾ ਧਨ ਲੈ ਲੈਂਦੇ ਨੇ। ਇਸ ਪ੍ਰਕਾਰ ਲੋਰਾ ਪਰ ਗਏ ਹੋ। ਇਸ ਤਰ੍ਹਾਂ ਸਾਧ ਸੰਗਤ ਰੌਲਾ ਹੀ ਪੈ ਗਿਆ। ਰੌਲੇ ਤੋਂ ਭਾਵ ਕਿ ਸੰਗਤ ਦੇ ਵਿੱਚ ਘਬਰਾਹਟ ਫੈਲ ਗਈ। ਸਭ ਵਿਵਹਾਰ ਵਿਪਰਜੇ ਭਇਓ। ਸਾਰੇ ਜਿਹੜੇ ਗੁਰੂ ਘਰ ਦੀ ਮਰਿਆਦਾ ਸੀ ਉਹ ਤੋਂ ਵਿਵਹਾਰ ਉਲਟੀ ਹੋ ਗਿਆ। ਗੁਰੂ ਘਰ ਦੀ ਜਿਵੇਂ ਗੁਰਬਾਣੀ ਪੜ੍ਹਨੀ, ਪ੍ਰਚਾਰ ਕਰਨਾ, ਸਿੱਖ ਬਣਾਉਣੇ, ਭਲੇ ਰਸਤੇ ਪਾਉਣਾ, ਭਲੀ ਪ੍ਰੇਰਨਾ ਦੇਣੀ, ਇਹ ਜੋ ਮਹਾਰਾਜ ਦੇ ਘਰ ਦੀ ਮਰਿਆਦਾ ਸੀ ਉਹ ਤੋਂ ਬਿਲਕੁਲ ਉਲਟ ਕੰਮ ਹੋ ਗਿਆ। ਹੁਣ ਤਾਂ ਇਹੀ ਕਹਿੰਦੇ ਵੀ ਵੱਧ ਤੋਂ ਵੱਧ ਦਸਵੰਧ ਲਿਆਓ, ਪੈਸੇ ਲਿਆਓ, ਤੁਹਾਡੀ ਖੁਸ਼ੀ ਹੋਏਗੀ। ਜਿਹੜਾ ਗੁਰੂ ਨੂੰ ਪੈਸੇ ਨਹੀਂ ਟੇਕੂਗਾ ਮੱਥਾ, ਜਿਹੜਾ ਭੇਟਾ ਨਹੀਂ ਲਿਆਊ, ਤੁਹਾਡੇ ਤੇ ਨਾਰਾਜ਼ਗੀ ਹੋਊ। ਵਿਭਚਾਰੀ ਹੋ ਗਏ, ਨਿਤਨੇਮ ਛੱਡਤਾ, ਬਾਣੀ ਦਾ ਪ੍ਰਚਾਰ ਛੱਡਤਾ, ਪੈਸਾ ਮੁੱਖ ਰੱਖ ਲਿਆ। ਗੁਰੂ ਘਰ ਦੀ ਜੋ ਮਰਿਆਦਾ ਸੀ ਕਹਿੰਦੇ ਬਿਲਕੁਲ ਹੀ ਉਸ ਦੇ ਬੇਪਰਜੇ ਉਲਟ ਸਾਰੇ ਕੰਮ ਕਰਨ ਲੱਗ ਪਏ ਮਸੰਦਾਂ ਦੇ ਨਾਲ ਸੋਢੀ ਰਲ ਕੇ। ਇਸ ਕਾਰਨ ਤੇ ਜਿਮ ਕੋ ਭਾਲਾ। ਕਹਿੰਦੇ ਇਸ ਤਰ੍ਹਾਂ ਖੇਡ ਬਣ ਗਈ ਵੀ ਜਿਵੇਂ ਕੋਈ ਰਾਜਾ ਹੋਵੇ ਤੇ ਰਾਜਾ ਕਿਸੇ ਕਾਰਨ ਕਰਕੇ ਸਭ ਕਰ ਬੈਠੇ ਬਨੇ ਨਿਰਾਲਾ। ਹਾਂ, ਕੋਈ ਵੱਖਰਾ ਜਿਹਾ ਹੋ ਕੇ ਕੁਝ ਸਮੇਂ ਵਾਸਤੇ ਆਪਣੇ ਤਖਤ ਨੂੰ ਛੱਡ ਕੇ ਛੁਪ ਕੇ ਕਿਤੇ ਬੈਠ ਜਾਵੇ ਰਾਜਾ। ਰਾਜਾ ਵੇਖੇ ਸਭ ਦੇ ਸੰਠੋਰਾ। ਤੇ
ਉਸ ਵੇਲੇ ਜਿਹੜੀ ਫਿਰ ਪ੍ਰਜਾ ਹੈ ਨਾ, ਪ੍ਰਜਾ ਵਿਖੇ ਸਭ ਦੇਸ਼ਨ ਠੌਰਾ, ਸਭ ਦੇਸ਼ਾਂ 'ਚ ਤੇ ਸਾਰੀ ਪ੍ਰਜਾ ਦੇ ਵਿੱਚ ਉਚਿਤ ਅਨੁਚਿਤ ਪਰੇ ਬੜ ਰੋਰਾ। ਕਹਿੰਦੇ ਵੀ ਉਚਿਤ ਜੋਗ ਤੇ ਅਨਜੋਗ, ਚੰਗਾ ਮਾੜਾ ਕਈ ਤਰ੍ਹਾਂ ਦਾ ਫਿਰ ਰੌਲਾ ਪੈ ਜਾਂਦਾ, ਆਪੋ ਧਾਪ ਪੈ ਜਾਂਦੀ ਹੈ, ਸਾਰੇ ਲੋਟੀ ਮੱਚ ਜਾਂਦੀ ਹੈ, ਹਰ ਕੋਈ ਆਪਣਾ ਘਰ ਭਰਨ ਦੇ ਵਾਸਤੇ ਫਿਰ ਭੱਜਦਾ ਏ। ਜਥਾ ਪੁਰੰਦਰ ਅੰਦਰ ਤੋਏ। ਇੱਕ ਉਦਾਹਰਣ ਕਵੀ ਜੀ ਹੋਰ ਦਿੰਦੇ ਹਨ ਵੀ ਜਿਸ ਪ੍ਰਕਾਰ ਦੇ ਨਾਲ ਜੋ ਸਮੂਹ ਦੇਵਤਿਆਂ ਦਾ ਰਾਜਾ ਹੈ ਨਾ ਇੰਦਰ, ਜਥਾ ਪੁਰੰਦਰ, ਪੁਰੰਦਰ ਭਾਵ ਇੰਦਰ, ਅੰਦਰ ਤੋਏ, ਇੱਕ ਵਾਰ ਇਹ ਪਾਣੀ ਵਿੱਚ ਛਿਪ ਗਿਆ ਸੀ। ਕਮਲ ਨਾਲ ਕਾ ਮਹਿ ਥਿਰ ਹੋਏ। ਪਾਣੀ ਦੇ ਵਿੱਚ ਜਿੱਥੇ ਕਮਲ ਫੁੱਲ ਦੀ ਨਾਲੀ ਹੈ ਨਾ, ਉਹਦੇ ਵਿੱਚ ਛਪ ਜਾਣ ਕਰਕੇ ਸਾਰੇ ਦੇਵਤੇ ਘਾਬਰ ਗਏ ਸਨ ਵੀ ਸਾਡਾ ਰਾਜਾ ਇੰਦਰ ਕਿੱਥੇ ਚਲਾ ਗਿਆ ਹੈ। ਸਭ ਕਰ ਰਹੇ ਹੋ ਨਾ ਜਾਣਿਓ ਕਾਹੂ। ਹਾਂ, ਸੋ ਸਾਰਿਆਂ ਦੇਵਤਿਆਂ ਦੇ ਅੰਦਰ ਬਹੁਤ ਘਬਰਾਹਟ ਫੈਲ ਗਈ, ਕਿਸੇ ਕੋ ਜਾਣਿਆ ਸਮਝਿਆ ਨਹੀਂ ਗਿਆ ਵੀ ਬੈਠਾ ਕਿੱਥੇ ਆ। ਪਾਣੀ ਦੇ ਵਿੱਚ ਕਮਲ ਫੁੱਲ ਦੀ ਨਾਲੀ 'ਚ ਲੋਕੇ ਬੈਠ ਗਿਆ ਸੀ। ਕੋਈ ਜਿਹੜਾ ਦ੍ਰਿਸ਼ਟਾਂਤ ਹੁੰਦਾ ਨਾ, ਉਹਦਾ ਇੱਕ ਪੱਖ ਲੈਣਾ, ਸਾਨੂੰ ਨਹੀਂ ਮਤਲਬ ਪਾਣੀ 'ਚ ਬੈਠਾ ਜਾਂ ਕਮਲ ਦੀ ਨਾੜੀ 'ਚ ਬੈਠਾ, ਪੱਖ ਇਹ ਵੀ ਇੰਦਰ ਓਲੇ ਹੋਇਆ ਤਾਂ ਦੇਵਤੇ ਘਾਬਰ ਗਏ ਵੀ ਹੁਣ ਸਾਡਾ ਰਾਜਾ ਨਹੀਂ ਹੈ ਤਾਂ ਅਸੀਂ ਕੀ ਕਰਾਂਗੇ। ਹੋਰ ਸਭ ਦੇਵਨ ਮਾਹੂ। ਹਾਂ, ਇਸ ਤਰ੍ਹਾਂ ਦੇਵਤਿਆਂ ਦੇ ਵਿੱਚ ਜਿਵੇਂ ਰੌਲਾ ਪੈ ਗਿਆ, ਸ਼ਬ ਕਰ ਰਹੇ ਹੋ ਨਾ ਜਾਣਿਓ ਕਾਹੂ, ਕਿਸੇ ਨੇ ਜਾਣਿਆ ਹੀ ਨਹੀਂ ਵੀ ਕਿੱਥੇ ਬੈਠਾ ਹੈ, ਸਾਰੇ ਦੇਵਤੇ ਇਸੇ ਕਰਕੇ ਘਾਬਰ ਗਏ। ਸਤਿਗੁਰ ਕੇ ਘਰ ਮੈਂ ਹੋਵਾ। ਕਹਿੰਦੇ ਉਸੇ ਤਰ੍ਹਾਂ ਹੀ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਘਰ ਦੇ ਵਿੱਚ ਹੋ ਗਿਆ। ਕਿਉਂ ਨਰ ਨੇ ਕਰ ਜੋਵਾ। ਕਹਿੰਦੇ ਕਿਸੇ ਨੇ ਵੀ ਨਿਰਣੇ ਕਰਕੇ ਜੋਵਾ ਵੇਖਿਆ ਹੀ ਨਹੀਂ, ਕੋਈ ਨਿਰਣੇ ਦੇ ਪਹੁੰਚਣ ਦਾ ਯਤਨ ਹੀ ਨਹੀਂ ਕਰਦਾ। ਵੀ ਸਤਿਗੁਰਾਂ ਨੇ ਜਦੋਂ ਕਿਹਾ ਸੀ ਵੀ ਬਾਬਾ ਬੱਸੇ ਜੇ ਗ੍ਰਾਮ ਬਕਾਲੇ ਬਨ ਗੁਰ ਸੰਗਤ ਸਗਲ ਸੰਭਾਲੇ, ਵੀ ਉਹ ਸੰਗਤ ਨੂੰ ਆਪੇ ਸੰਭਾਲਣਗੇ। ਕਿਸੇ ਕੋ ਪੁੱਛ ਹੀ ਲਈਏ ਵੀ ਇੱਥੇ ਬਕਾਲੇ ਨਗਰ 'ਚ ਕਿਹੜੇ ਸੋਢੀ ਵਸਦੇ ਸਨ ਪਹਿਲਾਂ ਤੋਂ, ਕਿਸੇ ਨੇ ਨਿਰਣਾ ਕਰਨ ਦਾ ਯਤਨ ਨਾ ਕੀਤਾ, ਕਿਸੇ ਨੇ ਪੁੱਛਿਆ ਨਹੀਂ ਵੀ ਯਤਨ ਕਰਦੇ, ਕੋਈ ਉਦਮ ਕਰਦੇ ਵੀ ਕਿਹੜੇ ਸੋਢੀ ਇੱਥੇ ਹੁਣ ਆਏ ਨੇ, ਕਿਹੜੇ ਇੱਥੇ ਪਹਿਲਾਂ ਤੋਂ ਰਹਿੰਦੇ ਹਨ। ਐਵੇਂ ਕਿਸੇ ਨੂੰ ਨਿਰਣਾ ਨਾ ਹੋ ਸਕਿਆ ਵੀ ਅਸਲੀ ਗੁਰੂ ਕੌਣ ਹੈ। ਮਸੰਦਾਂ ਦੇ ਕਹਿਣ 'ਤੇ ਸੋਢੀਆਂ ਦੇ ਘਰਾਂ 'ਚ ਜਾਂਦੇ ਤੇ ਹੈਗੇ ਨੇ ਵਿਚਾਰੇ ਸਿੱਖ, ਪਰ ਸੰਤੁਸ਼ਟੀ ਨਹੀਂ ਆਉਂਦੀ, ਕੋਈ ਭਰੋਸਾ ਨਹੀਂ ਵੱਜਦਾ। ਸਿੱਖ ਸੰਗਤ ਸਭ ਭੁੱਲੀ ਫਿਰ। ਬਸ ਸਾਰੀਆਂ ਸਿੱਖ ਸੰਗਤਾਂ ਵਿਚਾਰੀਆਂ ਭੁੱਲੀਆਂ ਹੀ ਫਿਰਦੀਆਂ ਨੇ। ਘਰੋਂ ਤੇ ਆਏ ਆ ਵੀ ਮਹਾਰਾਜ ਦੇ ਦਰਸ਼ਨ ਕਰਾਂਗੇ, ਅੱਗੇ ਆ ਕੇ ਵੇਖਦੇ ਆ ਗੱਲ ਬਾਜ਼ਾਰ ਵਾਲੀ ਬਣੀ ਆ। ਦੁਕਾਨਾਂ ਦੇ ਜਿਵੇਂ ਆ ਲੰਘੀਏ ਨਾ ਸ਼ਹਿਰ ਵਿੱਚ, ਸ਼ਹਿਰਾਂ ਦੇ ਵਿੱਚ ਜਿਹੜੇ ਦੁਕਾਨਾਂ ਦੇ ਬਾਹਰ ਖਲੋਤੇ ਹੁੰਦੇ, ਉਹ ਖਿੱਚ ਖਿੱਚ ਕੇ ਕਹਿੰਦੇ ਇੱਧਰ ਆ ਜਾਓ ਸਾਡੀ ਦੁਕਾਨ 'ਚ। ਬਦੋ ਬਦੀ ਆਪਣੀ ਦੁਕਾਨ ਵਿੱਚ ਬੰਦੇ ਲੰਘਦੇ ਜਾਂਦੇ ਨੂੰ ਕਹਿਣਗੇ ਵੀ ਆ ਜਾਓ, ਸੌਦਾ ਵੇਚਣ ਜਾਣਗੇ ਸੜਕ 'ਤੇ ਖਲੋਤੇ। ਇਹੀ ਹਾਲਤ ਬਣ ਗਈ ਬਸ ਵੀ ਸੰਗਤ ਤਾਂ ਆਉਂਦੀ ਹੈ ਮਹਾਰਾਜ ਦੇ ਦਰਸ਼ਨ ਕਰਨ, ਵੀ ਚਲੋ ਬਾਬਾ ਬਕਾਲਾ ਸਾਹਿਬ ਕਿਹਾ ਹੈ ਗੁਰੂ ਹਰਕ੍ਰਿਸ਼ਨ ਸਾਹਿਬ ਨੇ ਵੀ ਉੱਥੇ ਵਸਦੇ ਨੇ ਨਵੇਂ ਪਾਤਸ਼ਾਹ। ਜਦੋਂ ਇੱਥੇ ਆਉਂਦੇ ਹਨ ਤਾਂ ਇੱਥੇ ਮਸੰਦ ਕੋਈ ਕਿਸੇ ਵੱਲ ਖਿੱਚਦਾ, ਕੋਈ ਕਿਸੇ ਵੱਲ ਖਿੱਚਦਾ ਹੈ। ਸੰਗਤ ਭੁੱਲ ਗਈ, ਦੁਖੀ ਹੋ ਗਈ ਵਿਚਾਰੀ। ਗੁਰੂ ਨਾ ਜਾਣੇ ਸੰਸੇ ਧਰੇ। ਸਾਰੇ ਸੰਸਾ ਧਾਰਨ ਕਰਨ ਲੱਗ ਪਏ, ਚਿੰਤਾ 'ਚ ਪੈ ਗਏ ਵੀ ਜਾਣਿਆ ਹੀ ਨਹੀਂ ਜਾਂਦਾ ਵੀ ਸੱਚਾ ਗੁਰੂ ਕਿਹੜਾ ਹੈ। ਬਚ ਬਕਾਲ ਮੰਜੀ ਲਾਏ। ਬਚ ਬਕਾਲ ਮੰਜੀ ਲਾਏ, ਬਸ ਜਿਹੜਾ ਬਚਨ ਹੋਇਆ ਵੀ ਬਕਾਲੇ ਵਿੱਚ ਹੈ ਬਾਬਾ, ਇਹ ਸੁਣ ਕੇ ਬਹੁਤੀਆਂ ਮੰਜੀਆਂ ਲਾ ਲੀਆਂ ਇੱਥੇ। ਹੋਰ 22 ਭਏ ਮੁੰਦ ਪਾਏ। ਕਹਿੰਦੇ ਬੜੀ ਖੁਸ਼ੀ ਨੂੰ ਪਾ ਕੇ 22 ਗੁਰੂ ਬਣ ਕੇ ਬੈਠ ਗਏ। ਭਾਈ ਸਾਹਿਬ ਜੀ ਕਹਿੰਦੇ ਵੀ 22 ਨਕਲੀ ਗੁਰੂ ਮੰਜੀਆਂ ਲਾ ਕੇ ਇੱਥੇ ਬੈਠੇ। ਮੰਜੀ ਲਾਉਣ ਤੋਂ ਭਾਵ ਕਿ ਤਖਤ ਸਜਾ ਕੇ ਵੀ ਅਸੀਂ ਗੁਰੂ ਐ, ਆਪਣੇ ਤੇ ਚੌਰ ਕਰਾਉਣਾ, ਉੱਤੇ ਚੰਦੋਆ ਸਾਹਿਬ ਲਾਉਣਾ, ਸਿੱਖ ਸੇਵਕ ਅੱਗੇ ਪਿੱਛੇ ਭੱਜੇ ਫਿਰਨ। ਹੁੰਦੇ ਹੀ ਆ ਖਾਣ ਪੀਣ ਵਾਲੇ ਸਾਰਿਆਂ ਨਾਲ ਹੀ ਰਲ ਜਾਂਦੇ ਆ, ਮਾੜੇ ਤੋਂ ਮਾੜੇ ਬੰਦੇ ਦੇ ਅੱਗੇ ਵੀ 10-12 ਬੰਦੇ ਭੱਜੇ ਫਿਰਦੇ ਆ। ਐਵੇਂ 22 ਮੰਜੀਆਂ ਲੱਗ ਗਈਆਂ, 22 ਨਕਲੀ ਗੁਰੂ ਬਣ ਕੇ, ਜਿਨ੍ਹਾਂ 'ਚ ਧੀਰਮਲ ਵੀ ਹੈ, ਜਿਨ੍ਹਾਂ ਦੇ ਵਿੱਚ ਕਹਿੰਦੇ ਰਾਮ ਰਾਏ ਵੀ ਫਿਰ ਦਿੱਲੀ ਛੱਡ ਕੇ ਇੱਥੇ ਆ ਗਿਆ, ਅਤੇ ਮਿਹਰਬਾਨ ਦੀ ਬੰਸ ਵਾਲੇ ਉਹ ਸਾਰੇ ਇੱਥੇ ਹਰਜੀ ਆਦਿਕ ਤੇ ਹੋਰ ਸੋਢੀ
ਤੇ ਨਿੱਕੇ ਮੋਟੇ ਸਾਰੇ ਗੁਰੂ ਬਣ ਕਰਕੇ 22 ਮੰਜੀਆਂ ਲਾ ਕਰਕੇ ਬੈਠ ਗਏ। ਆਪ ਕੇ ਬੜੇ ਕਹਾਵੇ, ਬੜੇ ਖੁਸ਼ ਹੁੰਦੇ ਨੇ, ਕਹਿੰਦੇ ਅਸੀਂ ਗੁਰੂ ਐ। ਭਈ ਚੰਦੋਆ ਲੱਗਾ ਏ, ਚੌਰ ਝੁੱਲ ਰਿਹਾ ਸਾਡੇ ਸਿਰ ਤੇ। ਹਰ ਕੋਈ ਆਪਣੇ ਆਪ ਨੂੰ ਵੱਡਾ ਕਹਾਉਂਦਾ ਹੈ ਵੀ ਵੱਡਾ ਤਾਂ ਮੈਂ ਆ, ਬਾਕੀ ਤਾਂ ਨਕਲੀ ਨੇ ਸਾਰੇ। ਸੰਗ ਸਰੀਕਨ ਦਰੋਹ ਕਮਾਵੇ, ਤੇ ਜਿਹੜੇ ਸੋਢੀ ਹਨ ਆਪੋ ਆਪਣੇ ਘਰ ਨੂੰ ਖਿੱਚਦੇ ਨੇ, ਬਾਕੀ ਸਰੀਕੇ ਵਾਲਿਆਂ ਨਾਲ ਦਰੋਹ ਕਮਾਉਂਦੇ, ਵੈਰ ਕਮਾਉਂਦੇ ਹਨ। ਨਿੰਦਾ ਕਰੇ ਕਹਾਂ ਸੋ ਜਾਣੇ, ਆ ਨਿੰਦਾ ਕਰਦੇ ਨੇ ਕਹਾਂ ਸੋ ਜਾਣੇ। ਕਹਿੰਦੇ ਵੀ ਉਹ ਫਲਾਨਾ ਤਾਂ ਐਵੇਂ ਮੇਰੀ ਰੀਸ ਕਰਕੇ ਬੈਠ ਗਿਆ, ਉਹ ਕੀ ਜਾਣਦਾ, ਉਹਨੂੰ ਤਾਂ ਕੁਝ ਵੀ ਨਹੀਂ ਪਤਾ, ਸਮਝ ਕੁਝ ਨਹੀਂ ਆ। ਕਹਾਂ ਸੰਗਤ ਅਪਰਨ ਮੈਂ ਠਾਨੇ, ਹੋਰਨਾਂ ਵਿੱਚ ਕਹਿੰਦਾ ਮੇਰੇ ਤੋਂ ਬਗੈਰ ਕਿੱਥੇ ਸ਼ਕਤੀ ਆ, ਮੇਰੇ ਤੋਂ ਬਗੈਰ ਹੋਰ ਕੋਈ ਗੁਰੂ ਨਹੀਂ ਆ। ਇਸ ਤਰ੍ਹਾਂ 22 ਜਿਹੜੇ ਬੈਠੇ ਨੇ ਨਾ, ਵੱਧ ਤੋਂ ਵੱਧ ਹਰ ਕੋਈ ਆਪਣੇ ਆਪ ਨੂੰ ਵੱਡਾ ਕਹਾਉਂਦਾ ਤੇ ਦੂਸਰਿਆਂ ਨੂੰ ਕਹਿੰਦੇ ਵੀ ਇਹ ਤਾਂ ਐਵੇਂ ਰੀਸ ਕਰੀਸ ਬੈਠ ਗਏ। ਮੈਂ ਗੁਰ ਬਣਿਆ ਪਾਏ ਗੁਰਿਆਈ, ਕਹਿੰਦੇ ਵੀ ਗੁਰੂ ਤਾਂ ਮੈਂ ਬਣਿਆ, ਗੁਰਿਆਈ ਗੁਰੂ ਹਰਿਕ੍ਰਿਸ਼ਨ ਸਾਹਿਬ ਨੇ ਮੈਨੂੰ ਦਿੱਤੀ ਹੈ। ਅਮਰ ਲੋਭਿਤ ਕਹਿ ਪੁਜਵਾਈ, ਅਤੇ ਹੋਰ ਲੋਕਾਂ ਨੂੰ ਸਾਧ ਸੰਗਤ ਜੀ ਕਹਿ ਕਹਿ ਕੇ ਆਪਣੀ ਪੂਜਾ ਕਰਵਾਉਂਦੇ ਹਨ। ਧੀਰ ਮਲ ਤੇ ਆਦਿਕ ਬ੍ਰਿੰਦ, ਧੀਰ ਮਲ ਤੋਂ ਲੈ ਕੇ ਹੋਰ ਜਿਹੜੇ ਬਰਿੰਦ ਸੋਢੀ ਹਨ ਬਹੁਤ ਸਾਰੇ। ਵਿੱਚ ਕਰ ਤਿਆਗੇ ਹਿਰਦੇ ਆਨੰਦ, ਕਹਿੰਦੇ ਵੀ ਆਪੋ ਆਪਣੇ ਘਰ ਛੱਡ ਕਰਕੇ ਬਾਬੇ ਬਕਾਲੇ ਸਾਹਿਬ ਦੀ ਧਰਤੀ ਤੇ ਆਣ ਪਹੁੰਚੇ, ਬੜੇ ਆਨੰਦਿਤ ਨੇ, ਦਿਲ ਵਿੱਚ ਬੜੇ ਖੁਸ਼ ਹਨ। ਵਸੇ ਆਏ ਘਰ ਵਿੱਚ ਬਕਾਲੇ, ਬਕਾਲੇ ਨਗਰ ਦੇ ਵਿੱਚ ਹੀ ਨਿਵਾਸ ਰੱਖ ਲਿਆ ਵੀ ਸੰਗਤ ਐਨੂੰ ਹੀ ਆਉਂਦੀ ਆ ਤੇ ਗੁਰੂ ਆਪਾਂ ਹੀ ਆ। ਨਾਲੇ ਧੀਰਮਲ ਤੇ ਹੋਰ ਦਾਵਾ ਕਰਨ ਲੱਗ ਪਿਆ, ਕਹਿੰਦਾ ਜਦੋਂ ਗੁਰੂ ਗ੍ਰੰਥ ਸਾਹਿਬ ਮੇਰੇ ਕੋਲ ਆ ਤਾਂ ਫਿਰ ਹੋਰ ਵੱਡਾ ਕੌਣ ਹੋ ਸਕਦਾ ਮੇਰੇ ਨਾਲੋਂ। ਵਿਸਤਾਰੇ ਪਖੰਡ ਬਸਾਲੇ, ਹਾਂ ਵੱਡਾ ਸਾਰਾ ਕਹਿੰਦੇ ਪਖੰਡ ਦਾ ਵਿਸਥਾਰ ਕਰ ਲਿਆ, ਡੰਬ ਰਚ ਕਰਕੇ ਧੀਰਮਲ ਤੇ ਹੋਰ ਇੱਥੇ ਸੋਢੀ ਬੈਠ ਗਏ। ਧਨ ਕੀ ਵਿਭੋ ਜਿਤ ਕੇ ਜਿਸ ਪਾਹੀ, ਆ ਜਿੰਨੀ ਕੁ ਵਿਭੂਤੀ, ਜਿੰਨੇ ਕੁ ਪਦਾਰਥ, ਜਿੰਨਾ ਕੁ ਸਾਜੋ ਸਮਾਨ ਜਿਹੜੇ ਸੋਢੀ ਦੇ ਕੋਲ ਪਹਿਲਾਂ ਹੀ ਘਰ ਦੇ ਵਿੱਚ ਹੈਗਾ ਸੀ, ਸੰਗਤ ਕੋ ਨਿਕਾਸ ਦਿਖ ਰਾਹੀ, ਉਹ ਕੱਢ ਕੱਢ ਕੇ ਆਈਆਂ ਸੰਗਤਾਂ ਨੂੰ ਵਿਖਾਉਂਦੇ ਨੇ ਵੀ ਆਹ ਵੇਖੋ ਤੁਹਾਡੇ ਤੋਂ ਪਹਿਲਾਂ ਫਲਾਨਾ ਸਾਨੂੰ ਆਹ ਚੜਾ ਗਿਆ, ਫਲਾਣੇ ਨੇ ਆਹ ਵਸਤੂ ਚੜਾਈ, ਫਲਾਣੇ ਨੇ ਆਹ ਚੜਾਈ। ਸੰਗਤ ਤਾਂ ਬਹੁਤ ਮੰਨਦੀ ਆ ਜੀ ਇਹਨਾਂ ਨੂੰ, ਆਹ ਵੇਖੋ ਕਿੰਨਾ ਪੈਸਾ ਚੜਿਆ ਹੈ, ਕਿੰਨੇ ਪਦਾਰਥ। ਐਵੇਂ ਪਹਿਲੀ ਕੋਈ ਭੇਡਾ ਪਈ ਹੋਈ ਜਿਹੜੀ ਹੈ ਉਹ ਕੱਢ ਕੱਢ ਕੇ ਸੰਗਤਾਂ ਨੂੰ ਵਿਖਾਉਂਦੇ ਨੇ, ਇਹ ਜਣਾਉਣ ਦੇ ਲਈ ਵੀ ਗੁਰੂ ਤਾਂ ਅਸੀਂ ਹੀ ਆ। ਹੋਰੇ ਸਿੱਖ ਦੇਖ ਬਰਮਾਵੇ, ਤੇ ਕਈ ਵਿਚਾਰੇ ਸਿੱਖ ਭੋਲੇ ਹੀ ਹੁੰਦੇ ਆ, ਉਹ ਵੇਖ ਕੇ ਭਰਮ ਜਾਂਦੇ ਨੇ ਵੀ ਵਾਕਿਆ ਵੀ ਇਹਨਾਂ ਨੂੰ ਤੇ ਪਹਿਲਾਂ ਵੀ ਕੋਈ ਮੱਥਾ ਟੇਕ ਕੇ ਗਿਆ, ਜੇ ਗੁਰੂ ਆ ਤੇ ਤਾਂ ਹੀ ਇਹਨਾਂ ਨੂੰ ਇਹ ਕਿਸੇ ਨੇ ਵਸਤੂ ਭੇਟਾ ਕੀਤੀ ਹੈ, ਚਲੋ ਮੈਂ ਵੀ ਇਹਨਾਂ ਨੂੰ ਹੀ ਟੇਕ ਜਾਣਾ ਮੱਥਾ। ਆਨੰਦਰਬ ਕੋ ਭੇਟ ਚੜਾਵੇ, ਤੇ ਧਨ ਆਦਿਕ ਦੀਆਂ ਭੇਟਾਵਾਂ ਚੜਾਉਂਦੇ ਹਨ ਸਿੱਖ। ਇਨ ਕੋ ਬਹੁ ਦੇਤ ਦਿਲਾਸਾ, ਤੇ ਜਿਹੜੇ ਸੋਢੀ ਪੈਸੇ ਚ ਲੈਂਦੇ ਹਨ ਸੰਗਤ ਦੇ, ਮਾਇਆ ਸਾਂਭਦੇ ਨੇ ਤੇ ਪਖੰਡ ਜਿਹਾ ਕਰਨ ਵਾਸਤੇ ਬੜੇ ਤਰ੍ਹਾਂ ਢੰਗਾਂ ਦੇ ਨਾਲ ਦਿਲਾਸਾ ਦਿੰਦੇ ਹਨ। ਪੂਰਨ ਕਰੇ ਸਗਲ ਤੁਮ ਆਸਾ, ਕਹਿੰਦੇ ਫਿਕਰ ਨਾ ਕਰ, ਹੁਣ ਤੂੰ ਆ ਗਿਆ ਸਾਡੇ ਕੋਲ, ਤੇਰੀਆਂ ਸਾਰੀਆਂ ਆਸਾਂ ਪੂਰੀਆਂ ਕਰ ਦਿਆਂਗੇ। ਬਿਨ ਗੁਰ ਸੋਢੀ ਨਹਿ ਕੋ, ਹਾਂ ਬਸ ਇਹ ਨਿਸ਼ਚਾ ਰੱਖੀ ਵੀ ਮੇਰੇ ਤੋਂ ਬਗੈਰ ਹੋਰ ਕੋਈ ਵੀ ਸੋਢੀ ਪੂਰਨ ਗੁਰੂ ਨਹੀਂ ਹੈ। ਭਾਵੇਂ ਜਿੰਨਾ ਕੋਈ ਮਰਜ਼ੀ ਤੁਹਾਨੂੰ ਆਖੀ ਜਾਵੇ, ਕਿਸੇ ਹੋਰ ਨਾਲ ਨਹੀਂ ਮਿਲਣਾ, ਜਦੋਂ ਆਉਣਾ ਸਿੱਧਾ ਆਉਣਾ, ਵੇਖ ਲਓ ਮੇਰਾ ਡੇਰਾ ਇੱਥੇ ਹੀ ਆਉਣਾ ਹੈ। ਤੇ ਜਿਹੜੇ ਸਿਆਣੇ ਸਿੱਖ ਸਨ ਉਹਨਾਂ ਨੇ ਵੇਖਿਆ ਵੀ ਇਹ ਤਾਂ ਧਨ ਦੇ ਲੋਭੀ ਹੋਏ ਬੈਠੇ ਨੇ ਸਾਰੇ ਸੋਢੀ। ਜੋ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਦੇ ਘਰ ਦੀ ਸ਼ਕਤੀ ਆ, ਜੋ ਮਹਾਰਾਜ ਦੇ ਘਰ ਦੀ ਮਰਿਆਦਾ, ਉਹ ਤੋਂ ਖਾਲੀ ਜਾਣਿਆ ਇਹਨਾਂ ਲੋਭੀ ਲਾਲਚੀਆਂ ਨੂੰ। ਉਹ ਹਟ ਹੀ ਗਏ, ਉਹ ਕਹਿੰਦੇ ਆਪਾਂ ਜਾਣਾ ਹੀ ਨਹੀਂ, ਆਪੇ ਮਹਾਰਾਜ ਜਦੋਂ ਪ੍ਰਗਟ ਹੋਣਗੇ ਫਿਰ ਵੇਖਾਂਗੇ। ਉਹ ਮਿਲਣ ਗਿਲਣ ਵੱਲੋਂ ਰਹਿਤ ਹੀ ਹੋ ਗਏ, ਕਿਸੇ ਸੋਢੀ ਵੱਲ ਨਹੀਂ ਜਾਂਦੇ ਜਿਹੜੇ ਤਾਂ ਸਿਆਣੇ ਸਿੱਖ ਹਨ। ਕਹਿੰਦੇ ਜੇ ਗੁਰੂ ਵਾਲਾ ਕੋਈ ਇਹਨਾਂ 'ਚ ਗੁਣ ਹੋਵੇ ਤਾਂ ਅਸੀਂ ਇਹਨਾਂ ਨੂੰ ਗੁਰੂ ਜਾਣੀਏ ਨਾ, ਕੱਲਾ ਆਪ ਤਖਤ ਤੇ ਬੈਠਣ ਦੇ ਨਾਲ ਜਾਂ ਆ ਸੰਗਤ ਕੋ ਮੱਥਾ ਟਿਕਾਉਣ ਦੇ ਨਾਲ ਨਹੀਂ ਨਾ ਗੁਰੂ ਬਣ ਸਕਦਾ। ਗੁਰੂ ਵਾਲਾ ਕੋਈ ਗੁਣ ਹੋਵੇਗਾ,
ਜੇ ਪਰਉਪਕਾਰੀ ਹੋਣਗੇ, ਦਰਸ਼ਨ ਕਰਕੇ ਸ਼ਾਂਤੀ ਆਵੇਗੀ, ਤਾਂ ਅਸੀਂ ਜਾਣੀਏ ਵੀ ਇਹ ਗੁਰੂ ਹੈ। ਕਹੋ ਪ੍ਰਸੰਗ ਕਹਾਂ ਲਗ ਔਰਾ। ਕਵੀ ਸੰਤੋਖ ਸਿੰਘ ਜੀ ਕਹਿੰਦੇ ਵੀ ਜੋ ਪਖੰਡ ਦੰਭ ਜਿਹਾ ਇੱਥੇ ਰਚਿਆ ਸੋਢੀਆਂ ਮਸੰਦਾਂ ਨੇ ਰਲ ਮਿਲ ਕੇ ਸੰਗਤ ਨੂੰ ਭਰਮਾਇਆ, ਉਹਦੇ ਬਾਬਤ ਕਹਿੰਦੇ ਹੋਰ ਕਿੰਨੀ ਕੁ ਕਥਾ ਤੁਹਾਨੂੰ ਕਹਿ ਕੇ ਦੱਸਾਂ। ਸਿੱਖ ਸੰਗਤ ਮਹਿ ਜੇਤ ਕਰੋਰਾ। ਬਸ ਗੱਲ ਸਿਰੇ ਦੀ ਇਹੀ ਹੈ ਵੀ ਸਿੱਖ ਸੰਗਤ ਦਾ ਰੌਲਾ ਪੈ ਗਿਆ, ਸੰਗਤਾਂ ਘਾਬਰ ਗਈਆਂ, ਸੱਚੇ ਗੁਰੂ ਤੋਂ ਬਗੈਰ ਦੰਭੀ ਪਖੰਡੀ ਲੁੱਟਣ ਤੇ ਆ ਗਏ ਭੇੜੀਏ ਬਣ ਕੇ। ਸ੍ਰੀ ਗੁਰੂ ਤੇਗ ਬਹਾਦਰ ਚੰਦ। ਪਰ ਇਧਰ ਨਾਵੇਂ ਪਾਤਸ਼ਾਹ ਜੋ ਅਸਲ ਵਿੱਚ ਹਨ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਪੂਰਨਮਾਸ਼ੀ ਦੇ ਚੰਦਰਮਾ ਦੀ ਨਿਆਈ ਜੋ ਪ੍ਰਕਾਸ਼ ਕਰ ਰਹੇ ਨੇ। ਸਦਾ ਲੇਤ ਰਸ ਗਿਆਨ ਆਨੰਦ। ਆ ਜਿਹੜੇ ਮਹਾਰਾਜ ਸਾਹਿਬ ਜੀ ਸਦਾ ਇੱਕ ਰਸ ਗਿਆਨ ਦਾ ਆਨੰਦ ਮਾਣਦੇ ਨੇ, ਸਮਾਧੀ ਲੀਨ ਹੋਏ। ਨਹੀਂ ਆਪਣਾ ਭਾਵ ਕਰਹਿ ਲਖਾਈ। ਆ ਵੇਖੋ ਉਹਨਾਂ ਨੇ ਨਹੀਂ ਆਪਣਾ ਆਪ ਇੱਥੇ ਜਣਾਇਆ, ਬਾਹਰੋਂ ਆ ਕੇ ਪਖੰਡੀ ਬੈਠ ਗਏ ਬਾਬਾ ਬਕਾਲਾ ਸਾਹਿਬ ਦੇ ਵਿੱਚ। ਪਰ ਜਿਹੜੇ ਮਹਾਰਾਜ ਸਾਹਿਬ 26 ਸਾਲਾਂ ਤੋਂ ਚੌਂਕੜਾ ਮਾਰ ਕੇ ਬੈਠੇ ਸਨ, ਉਹ ਧੰਨ ਗੁਰੂ ਤੇਗ ਬਹਾਦਰ ਸਾਹਿਬ ਗਿਆਨ ਰਸ ਦੇ ਵਿੱਚ ਮਹਾਰਾਜ ਲੀਨ ਹਨ, ਗਿਆਨ ਦਾ ਆਨੰਦ ਮਾਣ ਰਹੇ ਨੇ। ਆਪਣਾ ਆਪ ਪ੍ਰਗਟ ਹੀ ਨਹੀਂ ਕੀਤਾ, ਗੁਪਤੀ ਰੱਖਿਆ ਸਤਿਗੁਰਾਂ ਨੇ। ਅੰਤਰ ਥਿਰ ਰਹੇ ਗੋਸਾਈ। ਮਹਾਰਾਜ ਆਪਣੇ ਘਰ ਦੇ ਵਿੱਚ ਜੋ ਆ ਪਿੱਛੇ ਭੋਰਾ ਸਾਹਿਬ ਬਣਿਆ ਹੈ, ਇੱਥੇ ਹੀ ਚੌਂਕੜਾ ਮਾਰ ਕੇ ਗੁਰੂ ਤੇਗ ਬਹਾਦਰ ਸਾਹਿਬ ਜੀ ਬਿਰਾਜਮਾਨ ਹੋਏ ਰਹਿੰਦੇ। ਮਾਤਾ ਨਾਨਕੀ ਸਭ ਮਨ ਜਾਣੀ। ਤੇ ਜੋ ਮਾਤਾ ਨਾਨਕੀ ਹੈ, ਜਦੋਂ ਉਹਨਾਂ ਨੇ ਜਾਣਿਆ ਵੀ ਇਦਾਂ ਬਚਨ 8ਵੇਂ ਪਾਤਸ਼ਾਹ ਦਾ ਹੋਇਆ, ਤਾਂ ਗੁਰੂ ਤੇਗ ਬਹਾਦਰ ਸਾਹਿਬ ਦੇ ਮਾਤਾ ਜੀ ਸ੍ਰੀ ਮਾਤਾ ਨਾਨਕੀ ਜੀ ਨੇ ਸਾਰੀ ਗੱਲ ਜਾਣ ਲਈ। ਸਿਮਰਤ ਭਰਤਾ ਕੀ ਬਰਬਾਨੀ। ਆਪਣੇ ਪਤੀ ਗੁਰੂ ਹਰਗੋਬਿੰਦ ਸਾਹਿਬ ਦਾ ਉਹ ਬਚਨ ਚੇਤੇ ਕਰਦੇ ਨੇ ਜਿਹੜਾ ਉਹਨਾਂ ਕਿਹਾ ਸੀ ਵੀ ਤੇਰੇ ਗੁਰੂ ਨੂੰ ਗੁਰਿਆਈ, ਤੇਰੇ ਪੁੱਤਰ ਨੂੰ ਗੁਰਿਆਈ ਮਿਲੇਗੀ। ਸੋ ਅਬ ਸਮਾਂ ਪਹੁੰਚਿਓ ਆਈ। ਤੇ ਮਾਤਾ ਜੀ ਜਾਣਗੇ ਵੀ ਉਹ ਜਿਹੜਾ ਹੁਣ ਮੇਰੇ ਪਤੀ ਸਤਿਗੁਰੂ ਹਰਗੋਬਿੰਦ ਸਾਹਿਬ ਜੀ ਦਾ ਵਾਰਸ ਸੀ ਨਾ, ਬਚਨ ਸੀ, ਉਹ ਹੁਣ ਪੂਰਾ ਹੋਣ ਦੇ ਨੇੜੇ ਆਣ ਕੇ ਪਹੁੰਚ ਗਿਆ। ਮੇਰਾ ਪੁੱਤਰ ਗੁਰੂ ਪ੍ਰਗਟ ਹੋਵੇਗਾ। ਹਮ ਸੁਤ ਕੋ ਹੋਏ ਹੈ ਗੁਰਿਆਈ। ਗੁਰੂ ਨਾਨਕ ਸਾਹਿਬ ਦੀ ਗੁਰਿਆਈ ਦੀ ਦਾਤ ਮੇਰੇ ਪੁੱਤਰ ਸ੍ਰੀ ਤੇਗ ਬਹਾਦਰ ਨੂੰ ਪ੍ਰਾਪਤ ਹੋਵੇਗੀ। ਅਰੇ ਅੰਤਰ ਬੈਠੇ ਨਿਤ ਹੀਰੇ। ਮਾਤਾ ਨਾਨਕੀ ਜੀ ਵੇਖਦੇ ਹਨ ਵੀ ਬਾਹਰ ਤਾਂ ਕਿੰਨੇ ਪਖੰਡੀ ਜੇ ਸੋਢੀ ਆ ਕਰਕੇ ਆਪੋ ਆਪਣੀਆਂ ਗੱਦੀਆਂ ਲਾ ਕੇ ਬੈਠ ਗਏ ਨੇ, ਪਰ ਇਹ ਮੇਰਾ ਪੁੱਤਰ ਜਿਹੜਾ ਹੈ ਇਹ ਭੋਲਾ ਹੈ, ਇਹ ਭਲਾ ਹੈ, ਤੇ ਹਰ ਵੇਲੇ ਘਰ ਦੇ ਵਿੱਚ ਭੋਰੇ ਦੇ ਵਿੱਚ ਹੀ ਬੈਠਾ ਰਹਿੰਦਾ ਏ। ਇਵੇਂ ਮਾਤਾ ਨਾਨਕੀ ਜੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਭੋਰੇ ਜੀ ਬੈਠਿਆਂ ਵੇਖਦੇ ਹਨ ਰੋਜ਼। ਪੁੱਤਰ ਕੋ ਪ੍ਰੇਰੇ। ਤੇ ਆਪਣੇ ਪੁੱਤਰ ਨੂੰ ਪ੍ਰੇਰਦੇ ਹਨ ਪ੍ਰਗਟ ਕਰਨ ਵਾਸਤੇ ਵੀ ਇਸ ਪੁੱਤਰ ਵੇਖੋ ਹੋਰ ਸੋਢੀ ਬੈਠੇ ਨੇ, ਤੁਸੀਂ ਅਸਲ ਵਿੱਚ ਗੁਰੂ, ਤੁਹਾਨੂੰ ਗੁਰਿਆਈ ਮਿਲੀ ਆ, ਗੁਰੂ ਹਰਗੋਬਿੰਦ ਸਾਹਿਬ ਦੇ ਬਚਨ ਹੋਏ ਸਨ, ਤੁਸੀਂ ਬਾਹਰ ਕਿਉਂ ਨਹੀਂ ਬੈਠਦੇ, ਤੁਸੀਂ ਬਾਹਰ ਬੈਠਿਆ ਕਰੋ, ਸੰਗਤ ਨੂੰ ਦਰਸ਼ਨ ਦਿਆ ਕਰੋ। ਇਵੇਂ ਮਾਤਾ ਨਾਨਕੀ ਜੀ ਪ੍ਰੇਰਨਾ ਕਰਦੇ ਹਨ। ਆਪਰ ਸੋਢੀਆਂ ਕੀ ਭਿਖ ਗਾਥਾ। ਹੋਰ ਸੋਢੀਆਂ ਦੀ ਹਾਲਤ ਵੇਖ ਕਰਕੇ ਵੀ ਕਿਵੇਂ ਮਸੰਦਾਂ ਨੂੰ ਲੈ ਕੇ ਤੇ ਸੰਗਤਾਂ ਨੂੰ ਆਪੋ ਆਪਣੇ ਘਰਾਂ ਨੂੰ ਖਿੱਚਦੇ ਹਨ। ਕਹਿ ਬਹੁ ਬਾਰ ਆਦਮਜ ਸਾਥਾ। ਬਹੁਤ ਵਾਰ ਮਾਤਾ ਨਾਨਕੀ ਜੀ ਆਪਣੇ ਪੁੱਤਰ ਸ੍ਰੀ ਤੇਗ ਬਹਾਦਰ ਸਾਹਿਬ ਜੀ ਨੂੰ ਕਹਿੰਦੇ ਹਨ, ਗੱਦੀ ਕੇ ਮਾਲਕ ਤੁਮ ਬਣੋ। ਕਹਿੰਦੇ ਹੈ ਪੁੱਤਰ ਗੱਦੀ ਦੇ ਮਾਲਕ ਤੁਸੀਂ ਹੋ, ਛੁਪ ਕੇ ਕਿਉਂ ਬੈਠੇ ਹੋ, ਬੈਠੋ ਬਾਹਰ ਤੇ ਗੱਤਾ ਗੱਦੀ ਦੇ ਮਾਲਕ ਬਣ ਕੇ ਗੁਰਗੱਦੀ ਸੰਭਾਲੋ। ਰੌਲਾ ਪਰਿਓ ਸਰਬ ਕਹਨੋ। ਆ ਜਿਹੜਾ ਰੌਲਾ ਪਿਆ ਏ ਸੰਗਤ ਚ ਘਬਰਾਹਟ ਪਈ ਹੈ ਸਾਰੀ ਦੂਰ ਕਰ ਦੇਵੋ। ਸੁਣ ਸ੍ਰੀ ਤੇਗ ਬਹਾਦਰ ਸਰੋਣ। ਤੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਆਪਣੀ ਮਾਤਾ ਦਾ ਬਚਨ ਕੰਨਾਂ ਦੇ ਨਾਲ ਸੁਣ ਤਾਂ ਲੈਂਦੇ ਨੇ ਨੌਵੇਂ ਪਾਤਸ਼ਾਹ। ਇੱਕ ਰਸ ਥਿਰੇ ਧਰੇ ਮੁਖ ਮੋਨ। ਪਰ ਮਹਾਰਾਜ ਸਾਹਿਬ ਇੱਕ ਰਸ ਬੰਦਗੀ ਚ ਲੀਨ ਰਹਿੰਦੇ ਤੇ ਮੁਖ ਕਰਕੇ ਮੌਨ ਚੋਪੀ ਧਾਰਨ ਕਰਦੇ ਹਨ। ਕੋਈ ਮਾਤਾ ਜੀ ਦਾ ਕਹਿਆ ਹਾਂ ਨਾ, ਕਿਉਂਕਿ ਪ੍ਰਗਟ ਹੀ ਨਹੀਂ ਹੋਣਾ ਚਾਹੁੰਦੇ। ਇੱਥੋਂ ਤੀਕਰ ਵੀ ਲਿਖਿਆ ਇਤਿਹਾਸਕਾਰਾਂ ਵੀ ਇੱਕ ਤਰ੍ਹਾਂ ਦੇ ਮਾਈ ਹੈ ਨਾ, ਮਾਂ ਇਹ ਆਪਣਾ ਪੁੱਤਰ ਹੈ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਂਹ ਫੜ ਕੇ ਕਹਿੰਦੇ ਭੋਰੇ ਸਾਹਿਬ ਚੋਂ ਬਾਹਰ ਲਿਆ ਕੇ ਕਹਿੰਦੇ ਇੱਥੇ ਬੈਠੋ। ਜੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਇੱਥੋਂ ਉੱਠ ਕੇ
इधर पिछों वाले पासे आकीआना स्थान है, उत्थे जंगल सी, जंगल च जाके बैठ गए नावे पातशाह, बैठे ही रहे उत्थे, क्योंकि उदास वैराग बिरती सी नावे पातशाह दी। फिर माता जी ने भेजे सेवक, आप गए भी तुसी आकी हो के बैठ गए, चलो जिवें तुहाडी मर्जी है उवें तुसी वरतो। फिर महाराज साहब नावे पातशाह भोरे विच ही आके विराजमान हो गए सन। इवें माता जी ने यतन किया, पर गुरु तेग बहादुर साहब महाराज प्रगट नहीं होना चाहते, गुप्त ही रहिंदे ने, बंदगी विच ही लीन रहिंदे हन। ते माता नानकी जी होर सोढियां नूं वेख के यतन बथेरे करते रहे। आगे कथा कहो इन केरी। ते भाई संतोख सिंह जी कहंदे वो सारी कथा जिहड़ी है ना, जिवें माता कहंदी है, जिवें महाराज प्रगट होए ने, वो अगली रास विच कहंदे होर कहांगे। जिन बिदत है पिख प्रीत कंधेरी। जिवें अपने सिख सेवकां दी, भाई मखण शाह लबाणे दी प्रीत वेख के नावे पातशाह प्रगट होणगे। दसम रास अब पूर्ण कीन। कहंदे इत्थे ही हुण इह प्रसंग समाप्त करदे हैं, क्योंकि जिहड़ी 10वीं रास है वो संपूर्ण हो गई है। सतगुर चरण कमल चित दीन। ते मैं सतगुरु महाराज गुरु तेग बहादुर साहब जी दे चरण कमलों विच अपने चित्त नूं देना जोड़दा। आ रास तो भाव है ना, जिवें सूरज चढ़दा है ना, इदां ही साध संगत सूरज दो घरां च रहिंदा है, दो ऐन। फिर सूरज 12 रासां दे विच चक्कर लाउंदा है, जिन्हों 12 संगरांदा आपां कहने हैं। फिर सूरज 6 रुत्तां दे विच जांदा, जिउं-जिउं सूरज चलदा 6 रुत्तां आउंदियां ने। इवें कवि जी ने जो 10 पातशाहियां का इतिहास है ना, महाराज साहब का नूं सूरज की न्याई कहा भी श्री गुर प्रताप सूरज ग्रंथ नाम रखिया, भी गुरु के प्रताप का सूरज है। जिवें सूरज एक रास छड्ड के फिर दूजी तीजी चौथी च प्रवेश करता, इवें गुरां की कथा कही है महाराज साहब जी की। हुण 10वीं रास विच गुरु हरकृष्ण साहब जी की कथा कही सी। अगे हुण जिहड़ी 11वीं ते 12वीं रास आवेगी, उहदे विच गुरु तेग बहादुर साहब महाराज की कथा कहणगे। फिर 6 रुत्तां आउणगीआं, उहदे विच सारी गुरु गोबिंद सिंह साहब की कथा कहणगे। इवें सूरज की न्याई एक कविता का इतिहासक ग्रंथ कवि संतोख सिंह जी ने रचिया। कहंदे हुण नावें पातशाह की कथा मैं 11वीं रास जदों आरंभ होवेगी फिर कहांगा। इत्थे संगत जी 10वीं रास पूरी होई है, महाराज दे चरण कमलों विच अपना मन जोड़दा हां। कवि संतोख सिंह दवै कर जोर। कवि भाई संतोख सिंह जी कहंदे मैं दोवें हाथ जोड़ करके बारंबार निहोर निहोर वार वार महाराज नूं निहोर निहोर नमस्कार करदा है, नमस्कार है, नमस्कार है, बंदना है वार वार सतगुरां नूं। इत्थे भाई संतोख सिंह जी ने गुरु हरकृष्ण साहब महाराज का इतिहास जो संपूर्ण किया। गुरु तेग बहादुर साहब जी की गाथा जो आरंभ हुई अगे वो 11वीं रास दे अंदर पहला 10 गुरां की वडियाई दे वचन आउणगे, फिर गुरु तेग बहादुर साहब जी की कथा फिर अगे आरंभ होवेगी। जिवें महाराज इत्थे 26 साल 9 महीने 13 दिन का समा चौंकड़ा मार के समाधि लीन रहे। जिवें नावें पातशाह नूं सिख संगतां दे प्रेम ने अरदासां ने भाई मखण शाह दे उदम ने प्रगट किया, ते महाराज साहब जी प्रगट हो के जिवें जगत दी कल्याण वास्ते सिख संगतां नूं उपदेश देण हित विचरदे हन। ये नावें पातशाह की कथा गुरु तेग बहादुर साहब जी की, जिन्हां दे पावन स्थान ते आपां दर्शन कर रहे हैं। जिस गुरु तेग बहादुर साहब महाराज जी का अप्रैल महीने दे विच 400 साला प्रकाश दिहाड़ा चौथी शताब्दी आ रही है, ऐसे गुरु गरीब नवाज सच्चे पातशाह दे उस शताब्दी समागमां नूं समर्पित ही नावें पातशाह की जो संपूर्ण कथा गुरु तेग बहादुर साहब महाराज अपनी आप ही कह कहा लैन। धन गुरु तेग बहादुर साहब महाराज साहब जी की बख्शिश होवे, क्योंकि श्री गुरु तेग बहादुर साहब महाराज ऐसे दीन दयाल सतगुरु हैं
ਜੋ ਸਭ ਥਾਵਾਂ ਤੇ ਸਹਾਈ ਹੁੰਦੇ ਨੇ, ਆਪਣੇ ਸਿੱਖਾਂ ਦੇ ਮਦਦਗਾਰ ਹੁੰਦੇ ਨੇ। ਹੋਈਆਂ ਭੁੱਲਾਂ ਗਲਤੀਆਂ ਬਖਸ਼ ਦੇਣੀਆਂ, ਗੁਰੂ ਸਾਹਿਬ ਗੁਰੂ ਕੀ ਸੰਗਤ ਬਖਸ਼ਣਹਾਰ ਹੈ। ਦਸਮ ਰਾਸ ਅਗ ਪੂਰਨ ਕੀਨਾ, ਸਤਿਗੁਰ ਚਰਨ ਕਮਲ ਚਿਤ ਦੀਨ। ਕਵ ਸੰਤੋਖ ਸੰਗ ਦਵਾ ਕਰ ਜੋਰ, ਬਾਰੰਬਾਰ ਨਿਹੋਰ ਨਿਹੋਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੇ ਗੋਬਿੰਦ, ਹੇ ਗੋਪਾਲ, ਹੇ ਦਇਆਲ ਲਾਲ, ਪ੍ਰਾਨਨਾਥ ਅਨਾਥ ਸਖੇ, ਦੀਨ ਦਰਦ ਨਿਵਾਰ। ਹੇ ਸਮਰੱਥ ਅਗਮ ਪੂਰਨ, ਮੋਹਿ ਮਇਆ ਤਾਰ। ਅੰਧਕੂਪ ਮਹਾ ਭਿਆਨ, ਨਾਨਕ ਪਾਰ ਉਤਾਰ। ਆਏ ਪ੍ਰਭ ਸਰਣਾਗਤੀ, ਕਿਰਪਾ ਨਿਧ ਦਇਆਲ। ਏਕ ਅਖਰ ਹਰ ਮਨ ਬਸਤ, ਨਾਨਕ ਹੋਤ ਨਿਹਾਲ। ਕਥਾ ਨਿਤਾ ਪ੍ਰਤ ਹੋਤ ਹੈ, ਸੁਨੈ ਸਿੰਘ ਸੁਜਾਨ। ਨਾਨਕ ਗੁਰੂ ਗੋਬਿੰਦ ਸਿੰਘ ਜੀ, ਸਦਾ ਕਰੇ ਕਲਿਆਣ। ਸ੍ਰੀ ਹਰਿ ਕ੍ਰਿਸ਼ਨ ਧਿਆਈਐ, ਜਿਸ ਡਿਠੈ ਸਭ ਦੁਖ ਜਾਏ। ਤੇਗ ਬਹਾਦਰ ਸਿਮਰਿਐ, ਘਰ ਨੌ ਨਿਧ ਆਵੈ। ਵਾਹਿਗੁਰੂ ਨਾਮ ਜਹਾਜ ਹੈ, ਚੜ੍ਹੇ ਸੋ ਉਤਰੇ ਪਾਰ। ਜੋ ਸ਼ਰਧਾ ਕਰ ਸੇਵੰਦੇ, ਵਾਹਿਗੁਰੂ ਪਾਰ ਉਤਾਰਨ। ਜੋ ਸ਼ਰਧਾ ਕਰ ਸੇਵੰਦੇ, ਵਾਹਿਗੁਰੂ ਪਾਰ ਉਤਾਰਨ ਹਾਰ। ਵਾਹਿਗੁਰੂ ਜੀ ਕਾ ਖਾਲਸਾ,